ਮੇਰਾ ਨਾਮ ਡਾਕਟਰ ਨੀਤੀ ਹੈ। ਮੈਂ ਇੱਕ ਡਾਕਟਰ ਹਾਂ। ਮੈਂ ਮੁੰਬਈ ਸ਼ਹਿਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੀ ਕੁੜੀ ਹਾਂ। ਬਿਨਾਂ ਬੱਚੇਦਾਨੀ ਦੇ ਔਰਤਾਂ ਤੋਂ ਬੱਚੇ ਨੂੰ ਜਨਮ ਦਿਵਾਉਣ ਵਾਲੀ ਸਾਡੇ ਪਿੰਡ ਦੀ ਨਰਸ ਪ੍ਰੀਤੀ ਹੁਣ ਤੱਕ 100 ਤੋਂ ਵੱਧ ਬੱਚਿਆਂ ਨੂੰ ਜਨਮ ਦਿਵਾ ਚੁੱਕੀ ਹੈ। ਪਰ ਇਸ ਸੱਚਾਈ ਨੂੰ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇਹ ਮੇਰੇ ਪਿੰਡ ਦੀ ਸੱਚੀ ਘਟਨਾ ਹੈ। ਮੇਰਾ ਨਾਮ ਡਾਕਟਰ ਨੀਤੀ ਹੈ। ਮੈਂ ਮੁੰਬਈ ਦੇ ਇੱਕ ਮਸ਼ਹੂਰ ਹਸਪਤਾਲ ਵਿੱਚ ਗੈਨੀ ਡਾਕਟਰ ਹਾਂ। ਇਸ ਮੁਕਾਮ ਤੱਕ ਪਹੁੰਚਣ ਲਈ ਮੇਰੇ ਮਾਤਾ ਪਿਤਾ ਨੇ ਮੇਰਾ ਬਹੁਤ ਸਾਥ ਦਿੱਤਾ, ਇੱਥੋਂ ਤੱਕ ਕਿ ਮੇਰੀ ਬਹੁਤ ਮਦਦ ਕੀਤੀ। ਮੈਂ ਮੁੰਬਈ ਦੇ ਨੇੜੇ ਇੱਕ ਪਿੰਡ ਵਿੱਚ ਵੱਡੀ ਹੋਈ ਅਤੇ ਉੱਥੋਂ ਹੀ ਪੈਦਾ ਹੋਈ। ਪਰ ਮੇਰੀ ਪੜ੍ਹਾਈ ਕਾਰਨ ਮੇਰੇ ਪਿਤਾ ਜੀ ਨੂੰ ਆਪਣੀ ਸਾਰੀ ਜ਼ਮੀਨ ਅਤੇ ਜਾਇਦਾਦ ਵੇਚਣੀ ਪਈ ਅਤੇ ਅਸੀਂ ਮੁੰਬਈ ਸ਼ਹਿਰ ਆ ਗਏ। ਮੇਰੇ ਪਿਤਾ ਦੇ ਦੱਸਣ ਅਨੁਸਾਰ ਮੇਰੀ ਦਾਦੀ ਨੇ ਮਰਨ ਵੇਲੇ ਮੇਰੇ ਪਿਤਾ ਤੋਂ ਇੱਕ ਵਾਅਦਾ ਲਿਆ ਸੀ ਕਿ ਮੇਰੀ ਪੋਤੀ ਨੂੰ ਡਾਕਟਰ ਜ਼ਰੂਰ ਬਣਾਉਣਾ। ਇਸ ਵਾਅਦੇ ਨੂੰ ਪੂਰਾ ਕਰਨ ਲਈ ਮੇਰੇ ਪਿਤਾ ਜੀ ਨੇ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ ਅਤੇ ਮੇਰੀਆਂ ਮਹਿੰਗੀਆਂ ਫੀਸਾਂ ਭਰਦੇ ਰਹੇ। ਮੈਂ ਆਪਣੇ ਮਾਤਾ ਪਿਤਾ ਦੀਆਂ ਕੁਰਬਾਨੀਆਂ ਤੋਂ ਪੂਰੀ ਤਰ੍ਹਾਂ ਜਾਣੂ ਸੀ। ਉਹਨਾਂ ਨੇ ਮੇਰੇ ਲਈ ਜੋ ਵੀ ਕੀਤਾ, ਸ਼ਾਇਦ ਉਹਨਾਂ ਦੇ ਬਿਨਾਂ ਮੈਂ ਕਦੇ ਵੀ ਇਸ ਮੁਕਾਮ ਤੱਕ ਨਹੀਂ ਪਹੁੰਚ ਸਕਦੀ ਸੀ। ਇਸੇ ਲਈ ਹਸਪਤਾਲ ਤੋਂ ਘਰ ਵਾਪਸ ਆਉਂਦੇ ਹੀ ਮੈਂ ਪਹਿਲਾਂ ਆਪਣੇ ਮਾਤਾ ਪਿਤਾ ਦਾ ਹਾਲ ਚਾਲ ਪੁੱਛਦੀ, ਉਹਨਾਂ ਦਾ ਆਸ਼ੀਰਵਾਦ ਲੈਂਦੀ ਅਤੇ ਫਿਰ ਕੋਈ ਹੋਰ ਕੰਮ ਕਰਦੀ। ਮੈਂ ਉਹਨਾਂ ਨਾਲ ਖਾਣਾ ਵੀ ਖਾਂਦੀ ਸੀ। ਇੰਨੀ ਵਿੱਦਿਆ ਹਾਸਲ ਕਰਕੇ ਮੈਨੂੰ ਡਾਕਟਰ ਬਣਾਉਣ ਦਾ ਮੇਰੇ ਮਾਪਿਆਂ ਦਾ ਇੱਕ ਹੀ ਸੁਪਨਾ ਸੀ ਕਿ ਮੈਂ ਆਪਣੇ ਪਿੰਡ ਦੇ ਮਰੀਜ਼ਾਂ ਲਈ ਕੁਝ ਕਰਾਂ। ਆਪਣੇ ਮਾਤਾ ਪਿਤਾ ਦੀ ਸਲਾਹ 'ਤੇ ਮੈਂ ਇੱਕ ਦਿਨ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ। ਹਰ ਦਿਨ ਮੈਂ ਆਪਣੇ ਪਿੰਡ ਦੇ ਨੇੜੇ ਮਰੀਜ਼ਾਂ ਦਾ ਮੁਫਤ ਇਲਾਜ ਕਰਦੀ ਸੀ। ਪਿੰਡ ਵਾਲੇ ਖੁਸ਼ ਹੋਏ ਅਤੇ ਮੇਰੇ ਮਾਤਾ ਪਿਤਾ ਨੂੰ ਬਹੁਤ ਅਸੀਸਾਂ ਦਿੱਤੀਆਂ। ਇਸ ਲਈ ਮੈਨੂੰ ਲੱਗਾ ਕਿ ਮੇਰੀ ਮਿਹਨਤ ਦਾ ਫਲ ਮਿਲਿਆ ਹੈ। ਪਿੰਡ ਦੀਆਂ ਜ਼ਿਆਦਾਤਰ ਉਹ ਔਰਤਾਂ ਇਲਾਜ ਕਰਵਾਉਂਦੀਆਂ ਸਨ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਸਨ ਅਤੇ ਮੈਂ ਉਹਨਾਂ ਨਾਲ ਬਹੁਤ ਚੰਗਾ ਸਲੂਕ ਕਰਦੀ ਸੀ। ਬਾਂਝ ਔਰਤ ਦਾ ਇਲਾਜ ਕਰਨਾ ਸੰਭਵ ਨਹੀਂ ਸੀ, ਪਰ ਜਿਸ ਨੂੰ ਵੀ ਮਾਮੂਲੀ ਤਕਲੀਫ ਹੁੰਦੀ ਸੀ ਮੈਂ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੰਦੀ ਸੀ। ਕੁਝ ਦਿਨਾਂ ਬਾਅਦ ਮੇਰਾ ਵਿਆਹ ਹੋ ਗਿਆ ਅਤੇ ਮੈਨੂੰ ਆਪਣੇ ਪਤੀ ਦੇ ਘਰ ਸ਼ਿਫਟ ਹੋਣਾ ਪਿਆ। ਪਰ ਹੁਣ ਮੈਂ ਹਰ ਮਹੀਨੇ ਇੱਕ ਵਾਰ ਪਿੰਡ ਵਿੱਚ ਕੈਂਪ ਲਗਾਉਣਾ ਸ਼ੁਰੂ ਕਰ ਦਿੱਤਾ, ਜਿੱਥੇ ਮੈਂ ਅਤੇ ਮੇਰੇ ਪਤੀ ਦਿਨ ਭਰ ਮਰੀਜ਼ਾਂ ਨੂੰ ਦੇਖਦੇ ਅਤੇ ਇਲਾਜ ਕਰਦੇ ਸੀ। ਕਈ ਵਾਰ ਇੱਕ ਦੋ ਹੋਰ ਡਾਕਟਰ ਵੀ ਮੌਜ ਮਸਤੀ ਲਈ ਆ ਜਾਂਦੇ ਸਨ। ਇੱਥੇ ਮੇਰੇ ਪਿੰਡ ਦੇ ਹੀ ਨਹੀਂ ਸਗੋਂ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਆਉਂਦੇ ਸਨ। ਇਹ ਸਿਲਸਿਲਾ ਮੇਰੇ ਮਾਤਾ ਪਿਤਾ ਅਤੇ ਉਹਨਾਂ ਦੇ ਨੇਕ ਆਸ਼ੀਰਵਾਦ ਅਤੇ ਉਹਨਾਂ ਦੀਆਂ ਦੁਆਵਾਂ ਦਾ ਨਤੀਜਾ ਸੀ। ਮੇਰੇ ਮਾਤਾ ਪਿਤਾ ਦੀ ਮੌਤ ਦਾ ਗਮ ਮੇਰੇ ਲਈ ਬਹੁਤ ਵੱਡਾ ਸਦਮਾ ਸਾਬਤ ਹੋਇਆ। ਇੱਕ ਪਲ ਲਈ ਮੇਰੀ ਦੁਨੀਆ ਰੁਕ ਗਈ ਸੀ। ਕਈ ਮਹੀਨਿਆਂ ਤੋਂ ਮੈਂ ਆਪਣੇ ਆਪ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਹਨਾਂ ਦਿਨਾਂ ਵਿੱਚ ਜਦੋਂ ਮੇਰੇ ਪਤੀ ਨੂੰ ਲੰਡਨ ਵਿੱਚ ਕੋਰਸ ਲਈ ਜਾਣ ਦਾ ਮੌਕਾ ਮਿਲਿਆ ਤਾਂ ਮੈਨੂੰ ਵੀ ਮਜਬੂਰੀ ਵਿੱਚ ਜਾਣਾ ਪਿਆ। ਮੈਨੂੰ ਆਪਣੇ ਪਿੰਡ ਵਾਸੀਆਂ ਦੇ ਇਲਾਜ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਦਾ ਆਪਣੇ ਮਾਪਿਆਂ ਦਾ ਵਾਅਦਾ ਯਾਦ ਆ ਗਿਆ। ਇਸ ਲਈ ਜਾਣ ਤੋਂ ਪਹਿਲਾਂ ਮੈਂ ਪਿੰਡ ਵਾਸੀਆਂ ਨੂੰ ਕਿਹਾ ਸੀ ਕਿ ਉਹ ਮੇਰੀ ਸਹੇਲੀ ਡਾਕਟਰ ਅੰਜਨਾ ਤੋਂ ਮੁਫਤ ਇਲਾਜ ਕਰਵਾ ਸਕਦੇ ਹਨ। ਮੈਂ ਸੋਚਿਆ ਕਿ ਮੈਂ ਹਰ ਮਹੀਨੇ ਆਪਣੇ ਦੋਸਤ ਨੂੰ ਉਹਨਾਂ ਮਰੀਜ਼ਾਂ ਦੇ ਇਲਾਜ ਲਈ ਪੈਸੇ ਭੇਜਾਂਗੀ। ਇਸ ਕੰਮ ਲਈ ਸਹਿਮਤੀ ਤੋਂ ਬਾਅਦ ਅਸੀਂ ਦੋਵੇਂ ਲੰਦਨ ਆ ਗਏ। ਅਸੀਂ ਉੱਥੇ 5 ਸਾਲ ਬਿਤਾਏ। ਮੇਰੇ ਪਤੀ ਦਾ ਇਰਾਦਾ ਆਪਣੀ ਬਾਕੀ ਦੀ ਜ਼ਿੰਦਗੀ ਇੱਥੇ ਬਿਤਾਉਣ ਦਾ ਸੀ, ਕਿਉਂਕਿ ਸਾਡੇ ਬੱਚਿਆਂ ਦਾ ਭਵਿੱਖ ਇੱਥੇ ਬਹੁਤ ਵਧੀਆ ਹੋਵੇਗਾ। ਪਰ ਮੈਂ ਕਿਹਾ ਕਿ ਇੱਥੇ ਬਹੁਤ ਕਾਬਲ ਡਾਕਟਰ ਹਨ, ਪਰ ਸਾਡੇ ਦੇਸ਼ ਨੂੰ ਸਾਡੀ ਲੋੜ ਹੈ। ਸਾਨੂੰ ਵਾਪਸ ਜਾਣਾ ਚਾਹੀਦਾ ਹੈ। ਫਿਰ ਅਸੀਂ 6 ਸਾਲ ਤੋਂ ਬਾਅਦ ਆਪਣੇ ਦੇਸ਼ ਪਰਤ ਆਏ। ਬਹੁਤ ਕੁਝ ਬਦਲ ਗਿਆ ਸੀ। ਅਸੀਂ ਦੋਵੇਂ ਇੱਕ ਹਸਪਤਾਲ ਵਿੱਚ ਕੰਮ ਕਰਨ ਲੱਗੇ। ਜਦੋਂ ਇੱਕ ਦਿਨ ਮੇਰੇ ਕੋਲ ਇੱਕ ਔਰਤ ਇਲਾਜ ਲਈ ਆਈ ਤਾਂ ਮੈਂ ਉਸ ਨੂੰ ਉਸ ਦੇ ਬਾਰੇ ਪੁੱਛਿਆ ਤਾਂ ਮੈਨੂੰ ਪਤਾ ਲੱਗਾ ਕਿ ਉਹ ਮੇਰੇ ਪਿਤਾ ਦੀ ਦੂਰ ਦੀ ਭਾਣਜੀ ਸੀ ਅਤੇ ਉਸ ਦਾ ਬਚਪਨ ਵੀ ਮੇਰੇ ਪਿੰਡ ਵਿੱਚ ਹੀ ਬੀਤਿਆ ਸੀ। ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਜਦੋਂ ਮੈਂ ਉਸ ਨਾਲ ਥੋੜੀ ਹੋਰ ਗੱਲ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਅਸੀਂ ਬਚਪਨ ਵਿੱਚ ਇੱਕ ਦੂਜੇ ਨਾਲ ਬਹੁਤ ਖੇਡਦੇ ਸੀ। ਮੈਨੂੰ ਕਈ ਸਾਲਾਂ ਤੋਂ ਬਾਅਦ ਕਿਸੇ ਆਪਣੇ ਨੂੰ ਦੇਖਣਾ ਚੰਗਾ ਲੱਗਿਆ। ਹੁਣ ਉਹ ਮੁੰਬਈ ਵਿੱਚ ਹੀ ਰਹਿੰਦੀ ਸੀ। ਉਸ ਦਾ ਨਾਮ ਬਨੀਤਾ ਸੀ। ਉਸ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ, ਪਰ ਹਜੇ ਤੱਕ ਉਸ ਦੇ ਕੋਈ ਔਲਾਦ ਨਹੀਂ ਸੀ। ਮੈਂ ਉਸ ਦੇ ਅਤੇ ਉਸ ਦੇ ਪਤੀ ਦੇ ਟੈਸਟ ਕੀਤੇ। ਜਦੋਂ ਰਿਪੋਰਟ ਆਈ ਤਾਂ ਮੈਂ ਬਹੁਤ ਦੁਖੀ ਸੀ, ਕਿਉਂਕਿ ਬਨੀਤਾ ਦੀ ਬੱਚੇਦਾਨੀ ਵਿੱਚ ਰਸੌਲੀ ਸੀ ਅਤੇ ਇਹ ਰਸੌਲੀ ਪਿਛਲੇ 4 ਸਾਲਾਂ ਤੋਂ ਉਸ ਦੇ ਪੇਟ ਵਿੱਚ ਵੱਧ ਰਹੀ ਸੀ। ਜੇਕਰ ਇਸ ਨੂੰ ਜਲਦੀ ਨਾ ਹਟਾਇਆ ਗਿਆ ਤਾਂ ਇਹ ਜਾਨਲੇਵਾ ਕੈਂਸਰ ਦਾ ਰੂਪ ਧਾਰਨ ਕਰ ਸਕਦੀ ਸੀ। ਮੈਂ ਬਨੀਤਾ ਨੂੰ ਸਾਰੀ ਗੱਲ ਦੱਸੀ ਅਤੇ ਉਸ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਤੁਹਾਨੂੰ ਇਸ ਦਾ ਇਲਾਜ
ਕਰਵਾਉਣਾ ਪਵੇਗਾ ਅਤੇ ਤੁਹਾਡੀ ਬੱਚੇਦਾਨੀ ਕਢਵਾਉਣੀ ਪਵੇਗੀ। ਉਹ ਵਿਚਾਰੀ ਕੁੜੀ ਬਹੁਤ ਰੋਈ। ਉਹ ਕਹਿਣ ਲੱਗੀ, ਜੇਕਰ ਬੱਚੇਦਾਨੀ ਕੱਢ ਦਿੱਤੀ ਤਾਂ ਮੈਂ ਬੱਚਾ ਪੈਦਾ ਨਹੀਂ ਕਰ ਸਕਦੀ, ਪਰ ਇਹ ਉਸ ਦੀ ਜਾਨ ਬਚਾਉਣ ਲਈ ਕਰਨਾ ਜ਼ਰੂਰੀ ਸੀ। ਅਸੀਂ ਬਨੀਤਾ ਦਾ ਆਪਰੇਸ਼ਨ ਕੀਤਾ ਅਤੇ ਉਸ ਦੀ ਬੱਚੇਦਾਨੀ ਕੱਢ ਦਿੱਤੀ ਅਤੇ ਬਨੀਤਾ ਹਮੇਸ਼ਾ ਲਈ ਠੀਕ ਹੋ ਗਈ। ਮੈਂ ਉਸ ਲਈ ਬਹੁਤ ਦੁਖੀ ਸੀ, ਪਰ ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦੀ ਸੀ। ਬਨੀਤਾ ਨੂੰ ਮਿਲਣ ਤੋਂ ਬਾਅਦ ਮੈਂ ਆਪਣੇ ਪਿੰਡ ਦਾ ਖਿਆਲ ਕੀਤਾ ਅਤੇ ਉਸ ਡਾਕਟਰ ਨੂੰ ਮਿਲਣ ਗਈ ਜਿਸ ਨੂੰ ਮੈਂ ਆਪਣੇ ਪਿੰਡ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਕਿਹਾ ਸੀ। ਫਿਰ ਕੁਝ ਦਿਨਾਂ ਬਾਅਦ ਮੈਂ ਆਪਣੇ ਪਿੰਡ ਚਲੀ ਗਈ ਅਤੇ ਉੱਥੇ ਮੈਂ ਡਾਕਟਰ ਅੰਜਨਾ ਨਾਲ ਫੋਨ ਤੇ ਗੱਲ ਕੀਤੀ। ਉਸਨੇ ਮੈਨੂੰ ਬੜੀ ਹੈਰਾਨੀ ਵਾਲੀ ਗੱਲ ਦੱਸੀ ਤੇ ਉਸਨੇ ਕਿਹਾ, ਤੇਰੇ ਜਾਣ ਤੋਂ 1 ਸਾਲ ਬਾਅਦ ਵੀ ਤੇਰੇ ਪਿੰਡੋਂ ਲੋਕ ਇਲਾਜ ਲਈ ਆਉਂਦੇ ਰਹੇ, ਪਰ ਹੌਲੀ ਹੌਲੀ ਸਾਲ ਬੀਤਦੇ ਗਏ। ਹੁਣ ਕੋਈ ਔਰਤ ਇਲਾਜ ਲਈ ਨਹੀਂ ਆਈ। ਇਹ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਪਿੰਡ ਦੀਆਂ ਔਰਤਾਂ ਨੇ ਬੱਚਿਆਂ ਨੂੰ ਜਨਮ ਦੇਣਾ ਬੰਦ ਕਰ ਦਿੱਤਾ ਸੀ ਜਾਂ ਹੁਣ ਉਹਨਾਂ ਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਸੀ। ਮੈਂ ਸੋਚਿਆ ਕਿ ਜੇਕਰ ਮੈਂ ਕਦੇ ਪਿੰਡ ਜਾਵਾਂ ਤਾਂ ਇਸ ਮਾਮਲੇ ਬਾਰੇ ਸਭ ਕੁਝ ਪਤਾ ਕਰ ਲਵਾਂ, ਪਰ ਮੈਂ ਆਪਣੇ ਰੂਟੀਨ ਵਿੱਚ ਰੁੱਝ ਗਈ। 2 ਸਾਲ ਬਾਅਦ ਰਸਤੇ ਵਿੱਚ ਅਚਾਨਕ ਮੇਰੀ ਮੁਲਾਕਾਤ ਬਨੀਤਾ ਨਾਲ ਹੋਈ। ਉਸ ਨੂੰ ਆਪਣੇ ਪਤੀ ਨਾਲ ਜਾਂਦੇ ਦੇਖਿਆ। ਉਸ ਦੀ ਗੋਦੀ ਵਿੱਚ 1 ਸਾਲ ਦਾ ਬੱਚਾ ਵੀ ਸੀ। ਮੈਂ ਹੈਰਾਨੀ ਨਾਲ ਸੋਚਿਆ ਕਿ ਉਹ ਤਾਂ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਸੀ, ਫਿਰ ਇਹ ਬੱਚਾ ਉਸ ਕੋਲ ਕਿਵੇਂ ਆਇਆ। ਮੇਰੇ ਮਨ ਵਿੱਚ ਆਇਆ ਕਿ ਸ਼ਾਇਦ ਉਸ ਨੇ ਕਿਤੋਂ ਕੋਈ ਬੱਚਾ ਗੋਦ ਲਿਆ ਹੋਵੇਗਾ। ਬਨੀਤਾ ਮੈਨੂੰ ਮਿਲ ਕੇ ਬਹੁਤ ਖੁਸ਼ ਹੋਈ ਅਤੇ ਜ਼ਬਰਦਸਤੀ ਮੈਨੂੰ ਆਪਣੇ ਘਰ ਲੈ ਗਈ ਅਤੇ ਮੈਨੂੰ ਚਾਹ ਪੀਣ ਲਈ ਕਿਹਾ। ਕੁਝ ਗੱਲਾਂ ਹੋਈਆਂ। ਉਸ ਤੋਂ ਬਾਅਦ ਮੈਂ ਆਪਣੇ ਵਹਿਮ ਨੂੰ ਖਤਮ ਕਰਨ ਲਈ ਆਖਰਕਾਰ ਇਸ ਬੱਚੇ ਬਾਰੇ ਪੁੱਛਿਆ, ਬਨੀਤਾ, ਤੁਸੀਂ ਇਹ ਬੱਚਾ ਕਿਸ ਤੋਂ ਗੋਦ ਲਿਆ ਹੈ? ਕੀ ਤੁਸੀਂ ਇਸ ਨੂੰ ਆਪਣੀ ਕਿਸੇ ਭੈਣ ਜਾਂ ਭਰਾ ਤੋਂ ਗੋਦ ਲਿਆ ਹੈ? ਬਨੀਤਾ ਕਹਿਣ ਲੱਗੀ, ਮੈਂ ਇਸ ਬੱਚੇ ਨੂੰ ਕਿਉਂ ਗੋਦ ਲਵਾਂ? ਇਹ ਬੱਚਾ ਮੇਰਾ ਆਪਣਾ ਹੈ। ਉਹ ਮੇਰਾ ਅਸਲੀ ਬੱਚਾ ਹੈ। ਬਨੀਤਾ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਉਸ ਨੂੰ ਕੀ ਹੋ ਗਿਆ ਹੈ, ਕਿ ਉਸ ਦਾ ਦਿਮਾਗ ਤਾਂ ਨਹੀਂ ਹੱਲ ਗਿਆ। ਮੈਂ ਕਿਹਾ, ਬਨੀਤਾ, ਤੇਰੀ ਬੱਚੇਦਾਨੀ ਕੱਢ ਦਿੱਤੀ ਸੀ ਤਾਂ ਤੂੰ ਬੱਚੇ ਨੂੰ ਜਨਮ ਕਿਵੇਂ ਦੇ ਸਕਦੀ ਹੈ? ਮੇਰੀ ਗੱਲ ਸੁਣ ਕੇ ਉਹ ਮੁਸਕਰਾ ਕੇ ਕਹਿਣ ਲੱਗੀ, ਦੀਦੀ, ਇਹੀ ਤਾਂ ਗੱਲ ਹੈ। ਜਦੋਂ ਤੁਸੀਂ ਮੈਨੂੰ ਦੱਸਿਆ ਕਿ ਮੇਰੀ ਬੱਚੇਦਾਨੀ ਨੂੰ ਕੱਢ ਦਿੱਤਾ ਗਿਆ ਹੈ ਤਾਂ ਮੇਰੀ ਦੁਨੀਆ ਹਨੇਰਾ ਹੋ ਗਈ ਸੀ। 1 ਸਾਲ ਪਹਿਲਾਂ ਅਸੀਂ ਦੋਵੇਂ ਇੱਕ ਵਿਆਹ ਲਈ ਆਪਣੇ ਪਿੰਡ ਗਏ ਸੀ ਅਤੇ ਉੱਥੇ ਜਾ ਕੇ ਮੇਰੀ ਜ਼ਿੰਦਗੀ ਬਦਲ ਗਈ। ਪਤਾ ਲੱਗਾ ਕਿ ਉੱਥੇ ਇੱਕ ਨਰਸ ਹੈ, ਉਸਦਾ ਨਾਮ ਸ਼ੀਲਾ ਹੈ, ਜੋ ਬੱਚੇਦਾਨੀ ਦੇ ਬਿਨਾਂ ਵੀ ਬੱਚਿਆਂ ਨੂੰ ਜਨਮ ਦਿਵਾ ਸਕਦੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਬੱਚਿਆਂ ਨੂੰ ਜਨਮ ਦਿਵਾ ਚੁੱਕੀ ਹੈ। ਪਿੰਡ ਦੀਆਂ ਔਰਤਾਂ ਖੁਸ਼ ਹਨ। ਹੁਣ ਪਿੰਡ ਵਿੱਚ ਕੋਈ ਬਾਂਝ ਔਰਤ ਨਹੀਂ ਬਚੀ। ਬਨੀਤਾ ਦੀਆਂ ਗੱਲਾਂ ਸੁਣ ਕੇ ਮੇਰਾ ਮੂੰਹ ਖੁੱਲ੍ਹਾ ਰਹਿ ਗਿਆ। ਮੈਂ ਹੈਰਾਨੀ ਨਾਲ ਕਿਹਾ, ਇੱਕ ਬਾਂਝ ਔਰਤ ਬੱਚੇ ਨੂੰ ਜਨਮ ਕਿਵੇਂ ਦੇ ਸਕਦੀ ਹੈ ਜਦੋਂ ਉਸ ਦੀ ਬੱਚੇਦਾਨੀ ਪਹਿਲਾਂ ਹੀ ਖਤਮ ਹੋ ਚੁੱਕੀ ਹੈ? ਮੈਡੀਕਲ ਸਾਇੰਸ ਵਿੱਚ ਅਜਿਹਾ ਹੋਣਾ ਅਸੰਭਵ ਹੈ। ਬਨੀਤਾ ਕਹਿਣ ਲੱਗੀ, ਦੀਦੀ, ਮੈਂ ਇੱਕ ਅਨਪੜ੍ਹ ਔਰਤ ਹਾਂ ਅਤੇ ਮੈਨੂੰ ਤੁਹਾਡੀ ਡਾਕਟਰੇਟ ਬਾਰੇ ਕੁਝ ਨਹੀਂ ਪਤਾ। ਮੈਂ ਸਿਰਫ ਇਹ ਜਾਣਦੀ ਹਾਂ ਕਿ ਉਹ ਨਰਸ ਇਲਾਜ ਕਰਦੀ ਹੈ ਅਤੇ ਮੈਂ ਸਹੁੰ ਖਾਧੀ ਹਾਂ ਕਿ ਉਹ 100% ਮਾਪਿਆਂ ਦਾ ਅਸਲ ਬੱਚਾ ਹੀ ਹੁੰਦਾ ਹੈ। ਮੈਂ ਕਿਹਾ ਕਿ ਸ਼ਾਇਦ ਉਸ ਨੇ ਤੁਹਾਨੂੰ ਬੱਚਾ ਕਿਸੇ ਤੋਂ ਲੈ ਕੇ ਦਿੱਤਾ ਹੋਵੇ ਅਤੇ ਮੈਂ ਤੁਹਾਨੂੰ ਕਹਿ ਦਿੱਤਾ ਹੋਵੇ ਕਿ ਇਹ ਬੱਚਾ ਤੁਹਾਡਾ ਹੈ, ਪਰ ਬਨੀਤਾ ਮੇਰੀ ਗੱਲ ਮੰਨਣ ਲਈ ਤਿਆਰ ਨਹੀਂ ਸੀ। ਉਸ ਨੇ ਕਿਹਾ, ਨਹੀਂ ਦੀਦੀ, ਇਹ ਮੇਰਾ ਅਸਲੀ ਪੁੱਤਰ ਹੈ। ਮੈਂ ਉਸ ਵੱਲ ਅਫਸੋਸ ਨਾਲ ਦੇਖਿਆ। ਕੋਈ ਨਰਸ ਉਸ ਨੂੰ ਪਾਗਲ ਬਣਾ ਰਹੀ ਸੀ ਅਤੇ ਉਹ ਬਣ ਵੀ ਗਈ ਸੀ। ਭਲਾ ਜਿਸ ਦੀ ਬੱਚੇਦਾਨੀ ਕੱਢ ਦਿੱਤੀ ਗਈ ਹੋਵੇ ਉਹ ਬੱਚੇ ਨੂੰ ਜਨਮ ਕਿਵੇਂ ਦੇ ਸਕਦੀ ਹੈ? ਯਕੀਨਨ ਇਸ ਨਰਸ ਨੇ ਉਸ ਨੂੰ ਕਿਸੇ ਹੋਰ ਦਾ ਬੱਚਾ ਦਿੱਤਾ ਹੋਵੇਗਾ, ਪਰ ਬਨੀਤਾ ਇਸ ਗੱਲ ਤੇ ਅੜੀ ਰਹੀ ਕਿ ਉਹ ਗਰਭਵਤੀ ਵੀ ਹੋਈ ਸੀ ਅਤੇ ਉਸ ਨੇ ਖੁਦ ਇਸ ਬੱਚੇ ਨੂੰ ਜਨਮ ਵੀ ਦਿੱਤਾ ਹੈ। ਮੈਂ ਕਿਸੇ ਵੀ ਹਾਲਤ ਵਿੱਚ ਉਸ ਦੀ ਗੱਲ ਮੰਨਣ ਲਈ ਤਿਆਰ ਨਹੀਂ ਸੀ। ਜੇ ਮੈਂ ਉਸ ਵਾਂਗ ਅਨਪੜ੍ਹ ਹੁੰਦੀ ਤਾਂ ਮੈਂ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਅਤੇ ਉਸ ਦੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੀ, ਪਰ ਸਪਸ਼ਟ ਹੈ ਕਿ ਮੈਂ ਇੱਕ ਮਸ਼ਹੂਰ ਡਾਕਟਰ ਸੀ ਅਤੇ ਜਾਣਦੀ ਸੀ ਕਿ ਇੱਕ ਬਾਂਝ ਔਰਤ ਕਿਸੇ ਵੀ ਸਥਿਤੀ ਵਿੱਚ ਬੱਚੇ ਨੂੰ ਜਨਮ ਨਹੀਂ ਦੇ ਸਕਦੀ। ਮੈਂ ਲੁਕ ਛਿਪ ਕੇ ਕਿਸੇ ਨਾ ਕਿਸੇ ਬਹਾਨੇ ਉਸ ਦੇ ਅਤੇ ਉਸ ਦੇ ਬੱਚੇ ਦੇ ਵਾਲ ਕੱਟ ਲਏ ਕਿ ਜੇਕਰ ਮੈਂ ਜਾ ਕੇ ਉਸ ਦਾ DNA ਟੈਸਟ ਕਰਵਾਵਾਂ ਤਾਂ ਮੈਨੂੰ ਪਤਾ ਲੱਗ ਜਾਵੇਗਾ ਕਿ ਇਹ ਉਸ ਦਾ ਆਪਣਾ ਬੱਚਾ ਹੈ ਜਾਂ ਨਹੀਂ। ਉਸ ਨੇ ਦੱਸਿਆ ਕਿ ਮੈਂ ਨਰਸ ਨੇ ਉਸ ਦਾ ਇਲਾਜ ਕੀਤਾ ਸੀ ਅਤੇ ਬਦਲੇ ਵਿੱਚ ਉਸ ਨੇ ਪੂਰੇ 50,000 ਰੁਪਏ ਦਿੱਤੇ ਸਨ। ਜਿਵੇਂ ਹੀ ਮੈਂ ਹਸਪਤਾਲ ਪਹੁੰਚੀ, ਮੈਂ ਉਸ ਦਾ ਸੈਂਪਲ DNA ਲਈ ਭੇਜ ਦਿੱਤਾ। ਇਸ ਦੀ ਰਿਪੋਰਟ ਆਉਣ ਤੱਕ
ਮੈਂ ਬੇਚੈਨ ਮਹਿਸੂਸ ਕਰਦੀ ਰਹੀ। ਮੈਨੂੰ ਪਤਾ ਸੀ ਕਿ ਬੱਚਾ ਬਨੀਤਾ ਦਾ ਨਹੀਂ ਹੋ ਸਕਦਾ, ਇਸ ਲਈ ਮੈਂ ਸਿਰਫ ਸਬੂਤ ਲੈ ਕੇ ਉਸ ਨੂੰ ਦਿਖਾਉਣਾ ਚਾਹੁੰਦੀ ਸੀ। ਪਰ ਜਦੋਂ ਰਿਪੋਰਟਾਂ ਮੇਰੇ ਹੱਥ ਆਈਆਂ ਤਾਂ ਮੈਂ ਹੈਰਾਨ ਰਹਿ ਗਈ। ਮੈਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਇਹ ਦੇਖਣ ਲਈ ਵਾਰ-ਵਾਰ ਰਿਪੋਰਟਾਂ ਦੀ ਜਾਂਚ ਕੀਤੀ ਕਿ ਮੈਂ ਕੋਈ ਗਲਤੀ ਤਾਂ ਨਹੀਂ ਕਰ ਰਹੀ ਹਾਂ, ਪਰ ਅਜਿਹਾ ਕੁਝ ਨਹੀਂ ਸੀ। ਮੈਂ ਪੜ੍ਹਨ ਵਿੱਚ ਕੋਈ ਗਲਤੀ ਨਹੀਂ ਕੀਤੀ ਕਿ ਇਹ ਚਮਤਕਾਰ ਸੀ। ਪਰ ਫਿਰ ਮੈਨੂੰ ਯਾਦ ਆਇਆ ਕਿ ਬਨੀਤਾ ਨੇ ਦੱਸਿਆ ਸੀ ਕਿ ਉਹ 100 ਬਾਂਝ ਔਰਤਾਂ ਦੇ ਬੱਚੇ ਪੈਦਾ ਕਰ ਚੁੱਕੀ ਹੈ। ਇਹ ਕੋਈ ਚਮਤਕਾਰ ਨਹੀਂ ਹੋ ਸਕਦਾ ਸੀ, ਇਹ ਕੁਝ ਹੋਰ ਹੀ ਸੀ। ਮੈਨੂੰ ਘਮੰਡ ਵਿੱਚ ਸੀ ਕਿ ਮੈਂ ਬਨੀਤਾ ਨੂੰ ਸੱਚ ਸਾਬਤ ਕਰਾਂਗੀ, ਇਹ ਉਸ ਦਾ ਬੱਚਾ ਨਹੀਂ ਹੈ। ਮੇਰਾ ਸਾਰਾ ਜੋਸ਼ ਠੰਡਾ ਹੋ ਗਿਆ ਸੀ ਅਤੇ ਮੈਂ ਸੋਚ ਰਹੀ ਸੀ ਕਿ ਇਹ ਕਿਵੇਂ ਹੋ ਸਕਦਾ ਹੈ। ਮੈਂ ਹਰ ਰੋਜ਼ ਸੋਚਦੀ ਰਹਿੰਦੀ ਸੀ, ਬੱਚੇਦਾਨੀ ਤੋਂ ਬਿਨਾਂ ਆਖਰੀ ਬੱਚਾ ਕਿਵੇਂ ਪੈਦਾ ਹੋ ਸਕਦਾ ਹੈ। ਆਖਰਕਾਰ ਉਹ ਨਰਸ ਔਰਤਾਂ ਨੂੰ ਗਰਭਵਤੀ ਕਿਵੇਂ ਬਣਾਉਂਦੀ ਹੈ, ਉਸ ਦਾ ਤਰੀਕਾ ਕੀ ਹੋ ਸਕਦਾ ਹੈ। ਮੈਨੂੰ ਲੱਗਾ ਕਿ ਮੈਨੂੰ ਖੁਦ ਇਸ ਮਾਮਲੇ ਦੀ ਤਹਿ ਤੱਕ ਪਹੁੰਚਣਾ ਚਾਹੀਦਾ ਹੈ। ਮੈਂ ਇੱਕ ਦਿਨ ਦੀ ਛੁੱਟੀ ਲੈ ਲਈ ਅਤੇ ਪਿੰਡ ਜਾਣ ਲਈ ਆਪਣਾ ਸਮਾਨ ਪੈਕ ਕੀਤਾ। ਮੇਰੇ ਬੱਚੇ ਵੀ ਮੇਰੇ ਨਾਲ ਜਾਣ ਲੱਗੇ ਤੇ ਅਸੀਂ ਝੱਟ ਪਿੰਡ ਨੂੰ ਰਵਾਨਾ ਹੋ ਗਏ। ਕਾਫੀ ਸਮੇਂ ਤੋਂ ਬੱਚੇ ਵੀ ਜਿੱਦ ਕਰ ਰਹੇ ਸਨ ਕਿ ਮੰਮੀ ਅਸੀਂ ਪਿੰਡ ਦੇਖਣਾ ਚਾਹੁੰਦੇ ਹਾਂ। ਮੈਂ ਉਹਨਾਂ ਨੂੰ ਵੀ ਨਾਲ ਲੈ ਜਾਣ ਬਾਰੇ ਸੋਚਿਆ। ਜਦੋਂ ਮੈਂ ਉੱਥੇ ਗਈ ਤਾਂ ਉੱਥੇ ਮੌਜੂਦ ਸਾਰੇ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ। ਮੈਂ ਅਸਲ ਵਿੱਚ ਉੱਥੇ ਨਰਸ ਸ਼ੀਲਾ ਨੂੰ ਮਿਲਣ ਗਈ ਸੀ। ਮੇਰਾ ਇੱਕੋ ਇੱਕ ਉਦੇਸ਼ ਉਹ ਨਰਸ ਨਾਲ ਮਿਲਣਾ ਸੀ। ਇਸੇ ਲਈ ਗੱਲਬਾਤ ਦੌਰਾਨ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਮੈਂ ਸੁਣਿਆ ਹੈ ਕਿ ਇੱਥੇ ਇੱਕ ਨਰਸ ਰਹਿੰਦੀ ਹੈ। ਕੀ ਇਹ ਸੱਚ ਹੈ ਕਿ ਇੱਕ ਔਰਤ ਬੱਚੇਦਾਨੀ ਤੋਂ ਬਿਨਾਂ ਬੱਚੇ ਨੂੰ ਜਨਮ ਦਿਵਾਉਂਦੀ ਹੈ? ਮੇਰੇ ਰਿਸ਼ਤੇਦਾਰ ਕਹਿਣ ਲੱਗੇ, ਹਾਂ ਡਾਕਟਰ ਪ੍ਰੀਤੀ ਅਜਿਹੀ ਹੈ। ਉਹ ਬਹੁਤ ਹੀ ਕਾਬਲ ਨਰਸ ਹੈ। ਜਿਨ੍ਹਾਂ ਔਰਤਾਂ ਨੂੰ ਸਮੱਸਿਆ ਹੁੰਦੀ ਹੈ ਉਹ ਉਹਨਾਂ ਦਾ ਇਲਾਜ ਕਰਦੀ ਹੈ ਅਤੇ ਫਿਰ ਉਹਨਾਂ ਨੂੰ ਗਰਭਵਤੀ ਵੀ ਕਰਦੀ ਹੈ। ਹੁਣ ਤੱਕ ਉਹ 100 ਤੋਂ ਵੱਧ ਬੱਚਿਆਂ ਨੂੰ ਜਨਮ ਦਿਵਾ ਚੁੱਕੀ ਹੈ। ਇੱਥੇ ਸਾਡੇ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਔਰਤਾਂ ਨੇ ਵੀ ਡਾਕਟਰ ਕੋਲ ਜਾਣਾ ਬੰਦ ਕਰ ਦਿੱਤਾ ਹੈ। ਹਰ ਕੋਈ ਉਸ ਕੋਲ ਜਾਂਦਾ ਹੈ। ਮੈਂ ਕਿਹਾ, ਕੋਈ ਮੇਰੀ ਇਸ ਨਰਸ ਨਾਲ ਜਾਣ ਪਛਾਣ ਕਰਵਾ ਸਕਦਾ ਹੈ? ਮੈਂ ਉਸ ਨਰਸ ਨੂੰ ਮਿਲਣਾ ਚਾਹੁੰਦੀ ਹਾਂ। ਉਹ ਮੈਨੂੰ ਆਪਣੇ ਨਾਲ ਨਰਸ ਦੇ ਘਰ ਲੈ ਗਈ, ਪਰ ਉਸ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਫਿਰ ਮੈਂ ਉਸ ਦੇ ਗੁਆਂਢ ਦੀਆਂ ਔਰਤਾਂ ਨੂੰ ਉਸ ਬਾਰੇ ਪੁੱਛਿਆ। ਉਸ ਨੇ ਦੱਸਿਆ ਕਿ ਉਹ 10 ਮਿੰਟ ਪਹਿਲਾਂ ਹੀ ਕਿਸੇ ਜ਼ਰੂਰੀ ਕੰਮ ਲਈ ਪਿੰਡ ਤੋਂ ਬਾਹਰ ਗਈ ਹੈ। ਮੈਨੂੰ ਸ਼ੱਕ ਹੋਇਆ ਕਿ ਇਹ ਮਾਮਲਾ ਕੀ ਹੈ। ਕਿ ਉਹ ਮੇਰੇ ਆਉਣ ਦੀ ਖਬਰ ਸੁਣ ਕੇ ਦੂਰ ਚਲੀ ਗਈ ਸੀ ਤਾਂ ਜੋ ਉਹ ਮੇਰਾ ਸਾਹਮਣਾ ਨਾ ਕਰ ਸਕੇ। ਮੈਂ ਗੁਆਂਢੀ ਨੂੰ ਪੁੱਛਿਆ, ਵੈਸੇ ਇਸ ਨਰਸ ਨੂੰ ਪਤਾ ਸੀ ਕਿ ਪਿੰਡ ਵਿੱਚ ਕੋਈ ਡਾਕਟਰ ਆਈ ਹੈ? ਫਿਰ ਉਹ ਹੱਸਣ ਲੱਗੀ ਅਤੇ ਕਹਿਣ ਲੱਗੀ, ਇਸ ਨਰਸ ਨੂੰ ਕੀ? ਦਰਅਸਲ ਪੂਰੇ ਪਿੰਡ ਨੂੰ ਪਤਾ ਲੱਗਾ ਹੈ ਕਿ ਸਾਡੇ ਪਿੰਡ ਦੀ ਜ਼ਿਮੀਂਦਾਰ ਦੀ ਧੀ ਜੋ ਡਾਕਟਰ ਬਣ ਕੇ ਸ਼ਹਿਰ ਤੋਂ ਬਹੁਤ ਦੇਰ ਬਾਅਦ ਆਈ ਹੈ। ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਮੇਰੀ ਖਬਰ ਸੁਣ ਕੇ ਨਰਸ ਜ਼ਰੂਰ ਪਿੰਡੋਂ ਭੱਜ ਗਈ ਸੀ। ਮੈਂ 3-4 ਦਿਨ ਪਿੰਡ ਰਹੀ ਪਰ ਨਰਸ ਨਾ ਆਈ। ਮੇਰੇ ਲਈ ਪਿੰਡ ਦੇ ਆਮ ਲੋਕਾਂ ਦਾ ਬ੍ਰੇਨ ਵਾਸ਼ ਕਰਨਾ ਬਹੁਤ ਔਖਾ ਸੀ। ਇਸ ਲਈ ਮੈਂ ਨਿਰਾਸ਼ ਹੋ ਕੇ ਵਾਪਸ ਆ ਗਈ ਕਿਉਂਕਿ ਉਸ ਦੇ ਉਡੀਕ ਵਿੱਚ ਮੇਰਾ ਕੰਮ ਬਰਬਾਦ ਹੋ ਰਿਹਾ ਸੀ। ਦੂਜੇ ਪਾਸੇ ਮੈਨੂੰ ਸ਼ਹਿਰ ਤੋਂ ਬਾਰ-ਬਾਰ ਫੋਨ ਆ ਰਹੇ ਸਨ। ਮੈਂ ਸੋਚਿਆ ਕਿ ਮੈਂ ਉਸ ਨੂੰ ਕਦੇ ਨਾ ਕਦੇ ਜ਼ਰੂਰ ਮਿਲਾਂਗੀ। ਸ਼ਹਿਰ ਪਹੁੰਚਦਿਆਂ ਹੀ ਮੈਂ ਆਪਣੇ ਕੰਮ ਵਿੱਚ ਰੁੱਝ ਗਈ। ਇੱਕ ਦਿਨ ਮੇਰੀ ਬਸਤੀ ਦੀ ਇੱਕ ਔਰਤ ਮੇਰੇ ਕੋਲ ਆਈ ਅਤੇ ਉਸ ਦਾ ਨਾਮ ਸੀਮਾ ਸੀ। ਉਸ ਦੀ ਹਾਲਤ ਵੀ ਬਨੀਤਾ ਵਰਗੀ ਹੀ ਸੀ। ਉਸ ਦੀ ਬੱਚੇਦਾਨੀ ਵਿੱਚ ਕੈਂਸਰ ਸੀ, ਜਿਸ ਕਾਰਨ ਬੱਚੇਦਾਨੀ ਨੂੰ ਉਸ ਦੇ ਸਰੀਰ ਵਿੱਚੋਂ ਕੱਢਣਾ ਪਿਆ। ਇੱਕ ਮਾਂ ਸੰਸਾਰ ਵਿੱਚ ਆਪਣੇ ਬੱਚਿਆਂ ਦੇ ਬਲ ਤੇ ਸੰਪੂਰਨ ਹੋ ਜਾਂਦੀ ਹੈ। ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਉਦੇਸ਼ ਮਾਂ ਬਣਨਾ ਹੁੰਦਾ ਹੈ। ਜੇ ਇੱਕ ਔਰਤ ਤੋਂ ਕਿਸੇ ਕਾਰਨ ਇੱਕ ਹੱਕ ਖੋਹ ਲਿਆ ਜਾਵੇ ਤਾਂ ਉਸ ਵਿਚਾਰੀ ਦੀ ਜ਼ਿੰਦਗੀ ਉਸ ਦੀਆਂ ਆਪਣੀਆਂ ਨਜ਼ਰਾਂ ਵਿੱਚ ਅਰਥਹੀਨ ਹੋ ਜਾਂਦੀ ਹੈ। ਜੋ ਔਰਤਾਂ ਮਾਂ ਨਹੀਂ ਬਣ ਪਾਉਂਦੀਆਂ ਉਹਨਾਂ ਨੂੰ ਇਸ ਦੁਨੀਆ 'ਚ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਔਰਤ ਦੀ ਵੀ ਇਹੀ ਹਾਲਾਤ ਸੀ। ਉਹ ਬਹੁਤ ਬੁਰੀ ਹਾਲਤ ਵਿੱਚ ਸੀ ਅਤੇ ਮੇਰੇ ਸਾਹਮਣੇ ਰੋ ਰਹੀ ਸੀ। ਥੋੜੇ ਦਿਨਾਂ ਬਾਅਦ ਮੈਂ ਹਸਪਤਾਲ ਜਾਣ ਲਈ ਘਰੋਂ ਨਿਕਲ ਰਹੀ ਸੀ ਕਿ ਮੈਂ ਉਸ ਨੂੰ ਵੀ ਘਰੋਂ ਨਿਕਲਦਿਆਂ ਦੇਖਿਆ। ਉਸ ਦੇ ਹੱਥ ਵਿੱਚ ਬੈਗ ਸੀ ਅਤੇ ਉਹ ਕਿਤੇ ਜਾਣ ਲਈ ਤਿਆਰ ਹੋ ਰਹੀ ਸੀ। ਮੈਂ ਉਸ ਨੂੰ ਬੁਲਾਇਆ ਅਤੇ ਪੁੱਛਿਆ, ਤੁਸੀਂ ਇੰਨੇ ਸਵੇਰੇ ਕਿੱਥੇ ਜਾ ਰਹੇ ਹੋ? ਉਮੀਦ ਹੈ ਕਿ ਸਭ ਕੁਝ ਠੀਕ ਹੈ। ਉਹ ਮੇਰੇ ਕੋਲ ਆਈ ਅਤੇ ਕਹਿਣ ਲੱਗੀ, ਡਾਕਟਰ ਸਾਹਿਬਾ, ਮੇਰੇ ਘਰ ਕੰਮ ਕਰਦੀ ਇੱਕ ਨੌਕਰਾਣੀ ਨੇ ਮੈਨੂੰ ਮੁੰਬਈ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਇੱਕ ਨਰਸ ਬਾਰੇ ਦੱਸਿਆ ਹੈ। ਸੁਣਨ ਵਿੱਚ ਆਇਆ ਹੈ ਕਿ ਉਹ ਬੱਚੇਦਾਨੀ ਦਾ ਇਲਾਜ ਕੀਤੇ ਬਿਨਾਂ ਬੱਚਿਆਂ ਨੂੰ ਜਨਮ ਦਿਵਾ ਦਿੰਦੀ ਹੈ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਸੀਮਾ ਵੀ ਉੱਥੇ ਜਾ ਰਹੀ ਸੀ।
ਅਚਾਨਕ ਮੇਰੇ ਮਨ ਵਿੱਚ ਇੱਕ ਵਿਚਾਰ ਆਇਆ। ਮੈਂ ਕਿਹਾ, ਠੀਕ ਹੈ ਸੀਮਾ, ਕੀ ਮੈਂ ਵੀ ਤੁਹਾਡੇ ਨਾਲ ਆ ਸਕਦੀ ਹਾਂ? ਪਰ ਤੁਸੀਂ ਕਿਸੇ ਨੂੰ ਇਹ ਨਹੀਂ ਕਹੋਗੇ ਕਿ ਮੈਂ ਇੱਕ ਡਾਕਟਰ ਹਾਂ। ਤੁਸੀਂ ਇਸ ਨਰਸ ਨੂੰ ਦੱਸੋ ਕਿ ਮੈਂ ਤੁਹਾਡੀ ਭੈਣ ਹਾਂ। ਉਹ ਹੈਰਾਨ ਸੀ ਕਿ ਮੈਂ ਉੱਥੇ ਕਿਉਂ ਜਾ ਰਹੀ ਸੀ। ਉਸਨੇ ਮੈਨੂੰ ਕਿਹਾ, ਠੀਕ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਮੇਰੇ ਨਾਲ ਆ ਸਕਦੇ ਹੋ। ਮੈਂ ਸੀਮਾ ਦੇ ਨਾਲ ਉੱਥੇ ਜਾਣ ਦਾ ਫੈਸਲਾ ਕੀਤਾ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਡਾਕਟਰ ਬਣ ਕੇ ਦੁਬਾਰਾ ਪਿੰਡ ਗਈ ਤਾਂ ਨਰਸ ਦੁਆਰਾ ਕਿਤੇ ਹੋਰ ਚਲੀ ਜਾਵੇਗੀ ਅਤੇ ਮੇਰਾ ਸਾਹਮਣਾ ਨਹੀਂ ਕਰਨਾ ਚਾਹੇਗੀ। ਇਸ ਲਈ ਆਪਣੀ ਪਛਾਣ ਛੁਪਾ ਕੇ ਉਸ ਨੂੰ ਮਿਲਣਾ ਬਹੁਤ ਵਧੀਆ ਹੱਲ ਸੀ। ਅਸੀਂ ਦੋਵੇਂ ਪਿੰਡ ਵੱਲ ਰਵਾਨਾ ਹੋ ਗਏ। ਮੈਂ ਆਪਣਾ ਮੂੰਹ ਛੁਪਾ ਲਿਆ ਤਾਂ ਜੋ ਪਿੰਡ ਦੀ ਕੋਈ ਔਰਤ ਮੈਨੂੰ ਪਛਾਣ ਨਾ ਸਕੇ। ਮੈਂ ਉਸ ਨੂੰ ਸਿੱਧਾ ਉਸ ਨਰਸ ਦੇ ਘਰ ਲੈ ਗਈ। ਜਦੋਂ ਅਸੀਂ ਦੋਵੇਂ ਅੰਦਰ ਦਾਖਲ ਹੋਏ ਤਾਂ ਉੱਥੇ ਹੋਰ ਔਰਤਾਂ ਵੀ ਸਨ। ਉਹ ਇੱਕ ਇੱਕ ਕਰਕੇ ਕਮਰੇ ਵਿੱਚ ਜਾ ਰਹੀਆਂ ਸਨ। ਮੈਂ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰਦੀ ਰਹੀ ਅਤੇ ਜਦੋਂ ਸਾਡੀ ਵਾਰੀ ਆਈ ਤਾਂ ਮੈਂ ਸੀਮਾ ਨੂੰ ਅੰਦਰ ਜਾਣ ਦਾ ਇਸ਼ਾਰਾ ਕੀਤਾ ਅਤੇ ਉਸ ਦੇ ਨਾਲ ਅੰਦਰ ਚਲੀ ਗਈ। ਸਾਹਮਣੇ ਨਰਸ ਦੀ ਵਰਦੀ ਵਿੱਚ ਇੱਕ ਔਰਤ ਬੈਠੀ ਸੀ ਜਿਸ ਦੀ ਉਮਰ 30 ਸਾਲ ਦੇ ਕਰੀਬ ਸੀ। ਸੀਮਾ ਨੇ ਉਸ ਨੂੰ ਆਪਣੇ ਬਾਰੇ ਦੱਸਿਆ। ਉਸ ਦੀ ਗੱਲ ਸੁਣ ਕੇ ਨਰਸ ਕਹਿਣ ਲੱਗੀ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ, ਤੁਹਾਡੇ ਕੋਲ ਇੱਕ ਬੱਚਾ ਹੋਵੇਗਾ। ਇਸ ਦੀ ਕੀਮਤ ਲਗਭਗ 10 ਲੱਖ ਹੋਵੇਗੀ। ਜੇ ਮਨਜ਼ੂਰ ਹੈ ਤਾਂ ਦੱਸੋ। ਸੀਮਾ ਨੇ ਕਿਹਾ, ਠੀਕ ਹੈ, ਜਿੰਨੇ ਪੈਸੇ ਤੁਸੀਂ ਕਹੇ ਹਨ ਮੈਂ ਦੇਣ ਲਈ ਤਿਆਰ ਹਾਂ, ਪਰ ਇਹ ਦੱਸੋ ਕਿ ਮੈਨੂੰ ਕੀ ਕਰਨਾ ਪਵੇਗਾ। ਉਹ ਨਰਸ ਬੜੀ ਚਲਾਕ ਲੱਗ ਰਹੀ ਸੀ। ਉਸ ਨੇ ਕਿਹਾ ਕਿ ਇਸ ਵਿੱਚ ਕੋਈ ਖਾਸ ਤਰੀਕਾ ਨਹੀਂ ਹੈ, ਤੁਹਾਨੂੰ ਸਿਰਫ 2 ਮਹੀਨੇ ਲਗਾਤਾਰ ਆਪਣਾ ਇਲਾਜ ਕਰਵਾਉਣਾ ਪਵੇਗਾ। 2 ਮਹੀਨਿਆਂ ਬਾਅਦ ਤੁਸੀਂ ਗਰਭਵਤੀ ਹੋਵੋਗੇ ਅਤੇ 9 ਮਹੀਨੇ ਬਾਅਦ ਤੁਸੀਂ ਆਪਣੇ ਬੱਚੇ ਨੂੰ ਜਨਮ ਦੇਵੋਗੇ। ਇਹ ਸੁਣ ਕੇ ਸੀਮਾ ਬਹੁਤ ਖੁਸ਼ ਹੋ ਗਈ, ਪਰ ਮੈਨੂੰ ਉਸ ਔਰਤ ਤੋਂ ਪਹਿਲਾਂ ਹੀ ਸ਼ੱਕ ਸੀ ਕਿ ਹੁਣ ਮੈਂ ਹੋਰ ਵੀ ਹੈਰਾਨ ਹੋ ਗਈ ਸੀ। ਉਸ ਦੀ ਗੱਲ ਮੰਨਣ ਵਾਲੀ ਨਹੀਂ ਸੀ। ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਕੋਈ ਵੀ ਔਰਤ ਠੀਕ 2 ਮਹੀਨਿਆਂ ਬਾਅਦ ਗਰਭਵਤੀ ਹੋ ਜਾਵੇ, ਉਹ ਵੀ ਅਜਿਹੀ ਔਰਤ ਜਿਸ ਦੀ ਬੱਚੇਦਾਨੀ ਨਹੀਂ ਹੈ। ਆਮ ਅਤੇ ਸਿਹਤਮੰਦ ਔਰਤਾਂ ਬਾਰੇ ਵੀ ਅਸੀਂ ਡਾਕਟਰ ਇੰਨੇ ਭਰੋਸੇ ਨਾਲ ਨਹੀਂ ਕਹਿੰਦੇ, ਪਰ ਇਹ ਨਰਸ ਬੜੇ ਵਿਸ਼ਵਾਸ ਨਾਲ ਇਹ ਕਹਿ ਰਹੀ ਹੈ। ਮੈਂ ਪੁੱਛਿਆ, ਕੀ ਗਾਰੰਟੀ ਹੈ ਕਿ ਤੁਸੀਂ ਜੋ ਕਹਿ ਰਹੇ ਹੋ ਉਹ ਸੱਚ ਹੈ? ਨਰਸ ਨੇ ਕਿਹਾ, ਮੈਨੂੰ ਬੱਚਿਆਂ ਨੂੰ ਜਨਮ ਦਿਵਾਉਂਦੇ 10 ਸਾਲ ਹੋ ਗਏ ਹਨ ਅਤੇ 3 ਸਾਲ ਹੋ ਗਏ ਹਨ ਜਦੋਂ ਮੈਂ ਬਾਂਝ ਔਰਤਾਂ ਦਾ ਇਲਾਜ ਕਰ ਰਹੀ ਹਾਂ। ਹੁਣ ਤੱਕ ਮੈਂ 100 ਤੋਂ ਵੱਧ ਬੱਚਿਆਂ ਨੂੰ ਜਨਮ ਦਿਵਾ ਚੁੱਕੀ ਹਾਂ। ਮੈਂ ਅਗਲਾ ਸਵਾਲ ਕੀਤਾ ਕਿ ਤੁਸੀਂ ਬਾਂਝ ਔਰਤਾਂ ਦੇ ਇਲਾਜ ਦਾ ਕੋਰਸ ਕਿੱਥੋਂ ਕੀਤਾ, ਅਰਥਾਤ ਕਿਸ ਹਸਪਤਾਲ ਆਦਿ ਤੋਂ? ਮੇਰਾ ਸਵਾਲ ਸੁਣ ਕੇ ਉਹ ਇੱਕ ਪਲ ਲਈ ਡਰ ਗਈ। ਫਿਰ ਉਸਨੇ ਮੂੰਹ ਬਣਾ ਕੇ ਕਿਹਾ, ਮੈਡਮ, ਜੇਕਰ ਤੁਹਾਨੂੰ ਮੇਰੀ ਯੋਗਤਾ ਤੇ ਸ਼ੱਕ ਹੈ ਤਾਂ ਜਾ ਕੇ ਕਿਸੇ ਹੋਰ ਕੋਲੋਂ ਇਲਾਜ ਕਰਵਾ ਲਓ। ਮੇਰੇ ਕਾਰਨ ਹੀ ਅੱਜ ਪਿੰਡ ਦੀਆਂ ਸਾਰੀਆਂ ਬਾਂਝ ਔਰਤਾਂ ਆਪਣੇ ਬੱਚਿਆਂ ਨੂੰ ਜਨਮ ਦੇ ਸਕੀਆਂ ਹਨ। ਤੁਸੀਂ ਚਾਹੋ ਤਾਂ ਕਿਸੇ ਦਾ DNA ਕਰਵਾ ਕੇ ਦੇਖੋ ਕਿ ਇਹ ਸਾਰੇ ਉਹਨਾਂ ਦੇ ਅਸਲੀ ਬੱਚੇ ਹਨ, ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਭੈਣ ਦੇ ਬੱਚਾ ਹੋਵੇ। ਜੋ ਸ਼ੱਕ ਕਰਦੇ ਹਨ ਉਹ ਸਾਰੀ ਉਮਰ ਖਾਲੀ ਹੱਥ ਰਹਿੰਦੇ ਹਨ। ਉਸ ਦੀਆਂ ਇਹ ਗੱਲਾਂ ਸੁਣ ਕੇ ਸੀਮਾ ਬਹੁਤ ਭਾਵੁਕ ਹੋ ਗਈ ਅਤੇ ਕਿਹਾ, ਨਹੀਂ, ਮੈਨੂੰ ਤੁਹਾਡੇ ਤੇ ਕੋਈ ਸ਼ੱਕ ਨਹੀਂ ਹੈ। ਇਹ 2 ਲੱਖ ਐਡਵਾਂਸ ਲੈ ਲਓ। ਮੈਨੂੰ ਕੁਝ ਕਹਿਣ ਦਾ ਮੌਕਾ ਵੀ ਨਾ ਮਿਲਿਆ ਤੇ ਸੀਮਾ ਨੇ ਝੱਟ ਆਪਣੇ ਪਰਸ ਵਿੱਚੋਂ ਪੈਸੇ ਕੱਢ ਕੇ ਨਰਸ ਦੇ ਹਵਾਲੇ ਕਰ ਦਿੱਤੇ ਅਤੇ ਨਰਸ ਨੇ ਸੀਮਾ ਦੀ ਬਾਂਹ ਤੋਂ ਖੂਨ ਲੈ ਕੇ ਉਸ ਦਾ ਟੈਸਟ ਕੀਤਾ ਅਤੇ ਉਸ ਨੂੰ 3 ਦਿਨਾਂ ਬਾਅਦ ਆਉਣ ਲਈ ਕਿਹਾ। ਜਦੋਂ ਅਸੀਂ ਦੋਵੇਂ ਬਾਹਰ ਨਿਕਲੇ ਤਾਂ ਮੈਂ ਸੀਮਾ ਨੂੰ ਕਿਹਾ, ਸੀਮਾ, ਤੂੰ ਇੰਨੀ ਜਲਦੀ ਉਸ ਦੀਆਂ ਗੱਲਾਂ ਵਿੱਚ ਕਿਵੇਂ ਆ ਸਕਦੀ ਹੈ? ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਭੁਗਤਾਨ ਕਰਨਾ ਚਾਹੀਦਾ ਸੀ। ਸੀਮਾ ਕਹਿਣ ਲੱਗੀ, ਡਾਕਟਰ ਸਾਹਿਬ, ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਜੇ ਮੇਰੇ ਕੋਲ ਕੁਝ ਨਹੀਂ ਹੈ ਤਾਂ ਉਹ ਮੇਰਾ ਬੱਚਾ ਹੈ। ਮੈਂ ਸਿਰਫ ਆਪਣਾ ਬੱਚਾ ਚਾਹੁੰਦੀ ਹਾਂ ਅਤੇ ਮੈਂ ਡਾਕਟਰਾਂ ਕੋਲ ਜਾ ਕੇ ਜਾਂਚ ਕਰਵਾਈ। ਨਤੀਜਾ ਤੁਹਾਡੇ ਸਾਹਮਣੇ ਹੈ। ਉਸ ਨਰਸ ਨੂੰ ਵੀ ਇੱਕ ਵਾਰ ਅਜ਼ਮਾ ਲੈਣ ਦਿਓ। ਮੈਂ ਉਸ ਨਰਸ ਦੇ ਘਰ ਨੂੰ ਚੰਗੀ ਤਰ੍ਹਾਂ ਦੇਖਿਆ ਸੀ। ਇਹ 2 ਕਮਰਿਆਂ ਦਾ ਇੱਕ ਛੋਟਾ ਜਿਹਾ ਘਰ ਸੀ ਜਿਸ ਵਿੱਚ ਕਮਰਿਆਂ ਦੇ ਬਾਹਰ ਇੱਕ ਛੋਟਾ ਜਿਹਾ ਵਿਹੜਾ ਸੀ ਅਤੇ ਇੱਕ ਪਾਸੇ ਇੱਕ ਰਸੋਈ ਅਤੇ ਬਾਥਰੂਮ ਸੀ ਜਿਸ ਵਿੱਚ ਉਹ ਬੈਠੀ ਸੀ। ਉੱਥੇ ਹੀ ਮੈਂ ਕੁਝ ਦਵਾਈਆਂ ਆਦਿ ਰੱਖੀਆਂ ਦੇਖੀਆਂ, ਪਰ ਇਹ ਇੱਕ ਆਮ ਬਿਮਾਰੀ ਜਿਵੇਂ ਜ਼ੁਕਾਮ, ਖੰਘ, ਬੁਖਾਰ ਆਦਿ ਦੀਆਂ ਦਵਾਈਆਂ ਸਨ। ਮੈਂ ਉੱਥੇ ਨਾ ਤਾਂ ਗਰਭ ਅਵਸਥਾ ਸੰਬੰਧੀ ਕੋਈ ਦਵਾਈ ਦੇਖੀ ਅਤੇ ਨਾ ਹੀ ਅਜਿਹੀ ਕੋਈ ਹੋਰ ਸਹੂਲਤ। ਫਿਰ ਉਸਨੇ ਖੂਨ ਦੀ ਜਾਂਚ ਕਿਉਂ ਕਰਵਾਈ? ਜੇ ਕੀਤਾ ਵੀ ਸੀ ਤਾਂ ਇਹ ਸਿਰਫ ਦਿਖਾਉਣ ਲਈ ਹੀ ਸੈਂਪਲ ਲਿਆ ਗਿਆ ਸੀ। ਮੈਨੂੰ ਸੀਮਾ ਤੇ ਬਹੁਤ ਗੁੱਸਾ ਆ ਰਿਹਾ ਸੀ।
ਜੇ ਉਸਨੇ ਉਸ ਨੂੰ ਇੰਨੀ ਜਲਦੀ ਪੈਸੇ ਨਾ ਦਿੱਤੇ ਹੁੰਦੇ ਤਾਂ ਮੈਂ ਉਸ ਨੂੰ ਗੱਲਬਾਤ ਦੁਆਰਾ ਕੁਝ ਹੋਰ ਦੱਸਣ ਲਈ ਮਜਬੂਰ ਕਰ ਲੈਂਦੀ, ਅਤੇ ਜੇ ਹੋਰ ਕੁਝ ਨਹੀਂ ਹੁੰਦਾ ਤਾਂ ਮੈਂ ਉਸ ਨੂੰ ਆਪਣੀ ਡਿਗਰੀ ਦਿਖਾਉਣ ਲਈ ਕਿਹਾ ਹੁੰਦਾ। ਪਰ ਇਸ ਵਿੱਚ ਵਿਚਾਰੀ ਸੀਮਾ ਦਾ ਕਸੂਰ ਨਹੀਂ ਸੀ। ਉਹ ਵਿਚਾਰੀ ਕੁੜੀ ਆਪਣੇ ਬੱਚੇ ਨੂੰ ਪਾਉਣ ਲਈ ਆਪਣੇ ਪਿਆਰ ਵਿੱਚ ਅੰਨੀ ਹੋ ਗਈ ਸੀ। ਲੋਕਾਂ ਦੀਆਂ ਗੱਲਾਂ ਤੋਂ ਤੰਗ ਆ ਕੇ ਬੰਦਾ ਕੋਈ ਨਾ ਕੋਈ ਕਦਮ ਚੁੱਕਣ ਲਈ ਮਜਬੂਰ ਹੋ ਜਾਂਦਾ ਹੈ। ਮੈਂ ਸੋਚਿਆ ਕਿ ਸਿਰਫ ਪਿੰਡ ਦੀਆਂ ਔਰਤਾਂ ਹੀ ਮੂਰਖ ਹੁੰਦੀਆਂ ਹਨ, ਪਰ ਸੀਮਾ ਵਰਗੀ ਪੜ੍ਹੀ ਲਿਖੀ ਔਰਤ ਵੀ ਇਹਨਾਂ ਗੱਲਾਂ ਤੇ ਵਿਸ਼ਵਾਸ ਕਰ ਰਹੀ ਸੀ। ਅਤੇ ਜਦੋਂ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿਣ ਲੱਗੀ, ਡਾਕਟਰ ਨੀਤੀ, ਮੈਂ ਕੀ ਗਲਤ ਕੰਮ ਕਰ ਰਹੀ ਹਾਂ? ਮੈਂ ਜੰਤਰ ਮੰਤਰ ਜਾਂ ਕਿਸੇ ਪੰਡਤ ਬਾਬੇ ਕੋਲ ਨਹੀਂ ਜਾ ਰਹੀ, ਮੈਂ ਨਰਸ ਕੋਲ ਆਈ ਹਾਂ। ਉਸ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਸੀ, ਇਸ ਲਈ ਮੈਂ ਚੁੱਪ ਰਹੀ। ਪਰ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ 3 ਦਿਨਾਂ ਬਾਅਦ ਦੁਬਾਰਾ ਉਸ ਨਾਲ ਜਾਵਾਂਗੀ। ਪਰ ਇਸ ਤੋਂ ਪਹਿਲਾਂ ਮੈਨੂੰ ਇੱਕ ਮਹੱਤਵਪੂਰਨ ਕਾਨਫਰੰਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਪਣੇ ਦੇਸ਼ ਤੋਂ ਬਾਹਰ ਜਾਣਾ ਪਿਆ। ਉੱਥੇ ਮੈਨੂੰ 7 ਮਹੀਨਿਆਂ ਲਈ ਇੰਟਰਨਸ਼ਿਪ ਕਰਨ ਦਾ ਮੌਕਾ ਮਿਲਿਆ। ਇਸ ਲਈ ਮੈਂ ਉਸ ਮੌਕੇ ਦਾ ਫਾਇਦਾ ਉਠਾਇਆ। ਉਸ ਦੌਰਾਨ ਮੈਂ ਸੀਮਾ ਨੂੰ ਮੈਸੇਜ ਕਰਕੇ ਆਪਣੇ ਆਉਣ ਤੱਕ ਸਬਰ ਰੱਖਣ ਲਈ ਕਿਹਾ ਸੀ, ਪਰ ਉਹ ਸਬਰ ਨਹੀਂ ਕਰ ਸਕੀ। ਕੁਝ ਮਹੀਨਿਆਂ ਬਾਅਦ ਉਸਨੇ ਮੈਨੂੰ ਆਪਣੀ ਤਸਵੀਰ ਭੇਜੀ ਅਤੇ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਉਸ ਦੇ ਵੱਡੇ ਢਿੱਡ ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ, ਇਹ ਕਿਵੇਂ ਹੋ ਸਕਦਾ ਹੈ? ਬਸ ਉਸ ਦੇ ਪੇਟ ਨੂੰ ਦੇਖ ਕੇ ਉਹ ਗਰਭਵਤੀ ਲੱਗ ਰਹੀ ਸੀ। ਉਸਨੇ ਮੈਨੂੰ ਇਹ ਹਸਪਤਾਲ ਦੀ ਰਿਪੋਰਟ ਵੀ ਭੇਜੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਗਰਭਵਤੀ ਹੈ। ਮੈਂ ਸੋਚਿਆ ਕਿ ਇਹ ਕਿਵੇਂ ਸੰਭਵ ਹੈ? ਉਸ ਨਰਸ ਨੇ ਕਿਹੋ ਜਿਹੀ ਚਾਲ ਖੇਡੀ ਹੈ? ਮੈਂ ਸਿਰਫ ਇਹ ਜਾਣਨਾ ਚਾਹੁੰਦੀ ਸੀ ਕਿ ਉਹ ਔਰਤਾਂ ਨੂੰ ਗਰਭਵਤੀ ਕਿਵੇਂ ਕਰ ਰਹੀ ਸੀ। 1 ਮਹੀਨੇ ਬਾਅਦ ਸੀਮਾ ਨੇ DNA ਰਿਪੋਰਟ ਦੇ ਨਾਲ ਆਪਣੇ ਬੱਚੇ ਦੀ ਫੋਟੋ ਭੇਜੀ। ਉਸ ਦਾ ਵੌਇਸ ਮੈਸੇਜ ਆਇਆ ਸੀ ਜਿਸ ਵਿੱਚ ਉਸਨੇ ਕਿਹਾ ਸੀ, ਡਾਕਟਰ, ਤੁਹਾਡੀ ਤਸੱਲੀ ਲਈ ਮੈਂ DNA ਕਰਵਾਇਆ ਹੈ ਤਾਂ ਜੋ ਤੁਸੀਂ ਯਕੀਨ ਕਰ ਸਕੋ ਕਿ ਇਹ ਮੇਰਾ ਬੱਚਾ ਹੈ। ਮੈਂ ਜਲਦੀ ਹੀ ਭਾਰਤ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਕੁਝ ਬਹੁਤ ਗਲਤ ਹੋ ਰਿਹਾ ਸੀ ਜਿਸ ਨੂੰ ਰੋਕਣ ਦੀ ਲੋੜ ਸੀ। ਡਾਕਟਰ ਹੋਣ ਦੇ ਨਾਤੇ ਇਹ ਮੇਰਾ ਫਰਜ਼ ਸੀ। ਮੈਨੂੰ ਉਸ ਨਰਸ ਦੀ ਸੱਚਾਈ ਨੂੰ ਜਾਣਨਾ ਸੀ। ਇਸ ਵਾਰ ਮੈਂ ਉਸ ਕੋਲ ਜਾਣ ਦਾ ਫੈਸਲਾ ਕੀਤਾ। ਜਦੋਂ ਮੈਂ ਸੀਮਾ ਦੇ ਨਾਲ ਗਈ ਤਾਂ ਮੈਂ ਆਪਣਾ ਚਿਹਰਾ ਛੁਪਾ ਲਿਆ ਤਾਂ ਕਿ ਕੋਈ ਮੈਨੂੰ ਪਛਾਣ ਨਾ ਸਕੇ। ਪਰ ਹੁਣ ਮੈਂ ਸੋਚਿਆ ਕਿ ਹੁਣ ਪਛਾਣਨ ਵਾਲੀ ਕੋਈ ਗੱਲ ਨਹੀਂ। ਵੈਸੇ ਵੀ ਇੰਨੇ ਸਾਲ ਬੀਤ ਗਏ ਸਨ। ਮੈਂ ਜਾ ਕੇ ਉਸ ਨੂੰ 2 ਲੱਖ ਰੁਪਏ ਦਿੱਤੇ। ਜਦੋਂ ਮੈਂ ਉਸ ਨੂੰ ਦੱਸਿਆ ਕਿ ਮੇਰੇ ਬੱਚੇ ਨਹੀਂ ਹਨ ਤਾਂ ਉਸਨੇ ਕਿਹਾ, ਚਿੰਤਾ ਨਾ ਕਰੋ, ਮੈਂ ਤੁਹਾਡਾ ਇਲਾਜ ਕਰਾਂਗੀ ਅਤੇ ਤੁਸੀਂ ਬੱਚਿਆਂ ਦੀ ਮਾਂ ਬਣੋਗੇ। ਉਸਨੇ ਮੇਰਾ ਖੂਨ ਲਿਆ ਅਤੇ 3 ਦਿਨਾਂ ਬਾਅਦ ਮੈਨੂੰ ਆਉਣ ਲਈ ਕਿਹਾ। ਜਦੋਂ ਮੈਂ 3 ਦਿਨਾਂ ਬਾਅਦ ਗਈ ਤਾਂ ਉਸਨੇ ਹਸਪਤਾਲ ਦਾ ਪਤਾ ਲਿਖ ਕੇ ਮੈਨੂੰ ਕਿਹਾ ਕਿ ਆਪਣੇ ਪਤੀ ਨਾਲ ਹਸਪਤਾਲ ਆ ਜਾਓ। ਇਹ ਟੈਸਟ ਤੁਹਾਡੇ ਦੋਵਾਂ ਦਾ ਹੋਵੇਗਾ, ਫਿਰ ਹੀ ਮੈਂ ਤੁਹਾਨੂੰ ਦਵਾਈ ਦੇਵਾਂਗੀ। ਮੈਂ ਕਿਹਾ, ਠੀਕ ਹੈ। ਜਦੋਂ ਮੈਂ ਇਸ ਟੈਸਟ ਨੂੰ ਦੇਖਿਆ ਤਾਂ ਮੇਰਾ ਅੰਦਾਜ਼ਾ ਬਿਲਕੁਲ ਸਹੀ ਸਾਬਤ ਹੋਇਆ। ਮੈਂ ਘਰ ਜਾ ਕੇ ਆਪਣੇ ਪਤੀ ਨੂੰ ਸੁਚੇਤ ਕੀਤਾ ਕਿ ਨਰਸ ਕੀ ਕਰ ਰਹੀ ਹੈ। ਮੇਰੀਆਂ ਸਾਰੀਆਂ ਗੱਲਾਂ ਸੁਣ ਕੇ ਮੇਰੇ ਪਤੀ ਨੇ ਕਿਹਾ, ਭਾਵੇਂ ਮੈਂ ਦਿਲ ਦਾ ਡਾਕਟਰ ਹਾਂ, ਪਰ ਇਹ ਗੱਲ ਮੈਨੂੰ ਵੀ ਹੈਰਾਨ ਕਰ ਰਹੀ ਹੈ ਕਿ ਉਹ ਕਿਸ ਕਿਸਮ ਦੀ ਦਵਾਈ ਦੇ ਰਹੀ ਹੈ ਜਿਸ ਨਾਲ ਔਰਤਾਂ ਗਰਭਵਤੀ ਹੋ ਜਾਂਦੀਆਂ ਹਨ। ਇਹ ਸੀਮਾ ਤੋਂ ਜਾਣੋ। ਸੰਭਵ ਹੈ ਕਿ ਉਸ ਦੇ ਕੋਲ ਉਸ ਦਵਾਈ ਦਾ ਕਵਰ ਹੋਵੇ। ਜੇਕਰ ਮੈਂ ਹਸਪਤਾਲ ਗਈ ਹੁੰਦੀ ਤਾਂ ਟੈਸਟਾਂ ਆਦਿ ਦੇ ਨਤੀਜਿਆਂ ਵਿੱਚ ਇਹ ਰਾਜ ਉਜਾਗਰ ਹੋ ਜਾਣਾ ਸੀ। ਮੈਂ ਕੋਈ ਬਾਂਝ ਨਹੀਂ ਹਾਂ, ਇਸੇ ਲਈ ਸੀਮਾ ਨੂੰ ਪੁੱਛਣਾ ਹੀ ਚੰਗੀ ਗੱਲ ਸੀ। ਮੈਂ ਸੀਮਾ ਨੂੰ ਫੋਨ ਕੀਤਾ ਅਤੇ ਉਸ ਨੂੰ ਨਰਸ ਵੱਲੋਂ ਦਿੱਤੀ ਦਵਾਈ ਦਾ ਨਾਮ WhatsApp ਕਰਨ ਲਈ ਕਿਹਾ ਤਾਂ ਉਸਨੇ ਕਿਹਾ ਕਿ ਮੈਨੂੰ ਇਸ ਦਵਾਈ ਦਾ ਨਾਮ ਨਹੀਂ ਪਤਾ, ਕਿਉਂਕਿ ਇਹ ਇੱਕ ਗੋਲ ਦੇਸੀ ਦਵਾਈ ਸੀ ਜੋ ਉਸਨੇ ਕਾਗਜ਼ ਦੇ ਪੈਕਟ ਵਿੱਚ ਪਾ ਕੇ ਦਿੱਤੀ ਸੀ। ਮੈਂ ਹੈਰਾਨ ਰਹਿ ਗਈ ਅਤੇ ਗੋਲ ਦੇਸੀ ਦਵਾਈ? ਸੀਮਾ ਕਹਿਣ ਲੱਗੀ, ਹਾਂ, ਇਹ ਇੱਕ ਅਜੀਬ ਦਵਾਈ ਸੀ ਅਤੇ ਜਦੋਂ ਵੀ ਮੈਂ ਹਫ਼ਤੇ ਵਿੱਚ ਨਰਸ ਕੋਲ ਜਾਂਦੀ ਸੀ ਤਾਂ ਉਹ ਵੀ ਮੈਨੂੰ ਕੋਈ ਦਵਾਈ ਦਿੰਦੀ ਸੀ, ਪਰ ਉਸ ਦਾ ਰੈਪਰ ਉਸ ਕੋਲ ਹੀ ਹੁੰਦਾ ਸੀ। ਮੈਂ ਪੁੱਛਿਆ, ਠੀਕ ਹੈ, ਇਹ ਦੱਸੋ ਕਿ ਤੁਹਾਡੀ ਡਿਲੀਵਰੀ ਹਸਪਤਾਲ ਵਿੱਚ ਹੋਈ ਸੀ? ਤਾਂ ਉਸਨੇ ਕਿਹਾ ਕਿ ਨਹੀਂ, ਉਸਨੇ ਇਹ ਖੁਦ ਕੀਤੀ ਸੀ। ਵੱਡਾ ਆਪਰੇਸ਼ਨ ਹੋਇਆ ਸੀ। ਮੈਂ ਬੇਹੋਸ਼ ਸੀ, ਪਰ ਹਰ ਮਹੀਨੇ ਉਸੇ ਤਰ੍ਹਾਂ ਹਸਪਤਾਲ ਮੈਂ ਨਿਯਮਤ ਜਾਂਚ ਲਈ ਜਾਂਦੀ ਸੀ। ਉਸ ਦੀ ਗੱਲ ਸੁਣ ਕੇ ਮੇਰਾ ਸ਼ੱਕ ਵਿਸ਼ਵਾਸ ਵਿੱਚ ਬਦਲ ਰਿਹਾ ਸੀ। ਮੈਂ ਸੀਮਾ ਨੂੰ ਆਪਣੀਆਂ ਰਿਪੋਰਟਾਂ ਆਦਿ ਦੀਆਂ ਤਸਵੀਰਾਂ ਭੇਜਣ ਲਈ ਕਿਹਾ। ਉਸ ਦੀ ਰਿਪੋਰਟ ਵਰਗੀ ਰਿਪੋਰਟ ਬਣਾ ਕੇ ਉਸ ਦਾ ਪ੍ਰਿੰਟ ਆਊਟ ਲੈ ਕੇ ਅਗਲੇ ਦਿਨ ਦੁਬਾਰਾ ਉਸ ਨਰਸ ਕੋਲ ਗਈ। ਰਿਪੋਰਟ ਦੇਖ ਕੇ ਉਸਨੇ ਮੈਨੂੰ ਕਿਹਾ, ਠੀਕ ਹੈ, ਮੈਂ ਅੱਜ ਤੋਂ ਤੁਹਾਡੀ ਦਵਾਈ ਸ਼ੁਰੂ ਕਰ ਰਹੀ ਹਾਂ।
ਇਸ ਲਈ ਤੁਸੀਂ ਹਰ ਹਫ਼ਤੇ ਮੇਰੇ ਕੋਲ ਆਉਣਾ ਹੈ ਅਤੇ ਹਰ ਮਹੀਨੇ ਉਸੇ ਹਸਪਤਾਲ ਵਿੱਚ ਜਾ ਕੇ ਟੈਸਟ ਕਰਵਾਉਣਾ ਹੈ। ਜਦੋਂ ਤੁਹਾਡੀ ਨਿਯਮਤ ਮਿਤੀ ਨੇੜੇ ਆਵੇਗੀ ਫਿਰ ਮੈਂ ਤੁਹਾਨੂੰ ਦੱਸਾਂਗੀ। ਉਸਨੇ ਮੈਨੂੰ ਗੋਲੀਆਂ ਦਾ ਇੱਕ ਪੈਕਟ ਦਿੱਤਾ ਅਤੇ ਆਪਣੇ ਦਰਾਜ ਵਿੱਚੋਂ ਦਵਾਈ ਦਾ ਇੱਕ ਪੈਕਟ ਵੀ ਕੱਢ ਲਿਆ। ਮੈਂ ਝੱਟ ਉਸ ਦਾ ਨਾਮ ਪੜ੍ਹਿਆ ਅਤੇ ਆਪਣੇ ਮਨ ਵਿੱਚ ਪੱਕਾ ਕੀਤਾ ਅਤੇ ਘਰ ਆ ਗਈ। ਸਭ ਤੋਂ ਪਹਿਲਾਂ ਮੈਂ ਉਹਨਾਂ ਘਰੇਲੂਆਂ ਗੋਲੀਆਂ ਦੀ ਪ੍ਰਯੋਗਸ਼ਾਲਾ ਵਿੱਚ ਜਾਂਚ ਕੀਤੀ ਅਤੇ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਇਹ ਇੱਕ ਗਰਭਵਤੀ ਹੋਣ ਦੀ ਦਵਾਈ ਨਹੀਂ ਸੀ, ਬਲਕਿ ਇਹ ਇੱਕ ਬਹੁਤ ਜਲਦੀ ਭਾਰ ਵਧਾਉਣ ਵਾਲੀ ਗੋਲੀ ਸੀ। ਇਸ ਕੰਮ ਤੋਂ ਛੁਟਕਾਰਾ ਪਾ ਕੇ ਮੈਂ ਉਸ ਨਰਸ ਦੇ ਹੱਥ ਵਾਲੀ ਦਵਾਈ ਦੀ ਖੋਜ ਸ਼ੁਰੂ ਕੀਤੀ ਤਾਂ ਇਹ ਇੱਕ ਅਜਿਹੀ ਦਵਾਈ ਸੀ ਜੋ ਸਰੀਰ ਦੀ ਚਰਬੀ ਨੂੰ ਵਧਾਉਂਦੀ ਹੈ। ਹੁਣ ਮੈਨੂੰ ਸਾਰੀ ਖੇਡ ਸਮਝ ਆ ਗਈ ਸੀ। ਉਹ ਬੱਚੇਦਾਨੀ ਤੋਂ ਬਿਨਾਂ ਬੱਚਿਆਂ ਨੂੰ ਜਨਮ ਦੇ ਰਹੀ ਹੈ। ਜਦੋਂ ਮੈਂ ਬਨੀਤਾ ਦੇ ਬੱਚੇ ਦਾ DNA ਟੈਸਟ ਕੀਤਾ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉਹ ਸੱਚਮੁੱਚ ਉਸ ਦਾ ਆਪਣਾ ਪੁੱਤਰ ਸੀ। ਉਸ ਦਾ DNA ਮੈਚ ਹੋਇਆ, ਭਾਵੇਂ ਉਹ ਬੱਚਾ ਪੈਦਾ ਕਰਨ ਦੀ ਹਾਲਤ ਵਿੱਚ ਨਹੀਂ ਸੀ। ਡਾਕਟਰ ਹੋਣ ਦੇ ਨਾਤੇ ਮੈਨੂੰ ਪਤਾ ਸੀ ਕਿ ਅੱਜ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਬੇਔਲਾਦ ਲੋਕਾਂ ਲਈ ਬੱਚੇ ਪੈਦਾ ਕਰਨਾ ਸੰਭਵ ਹੋ ਗਿਆ ਹੈ। ਇੱਕ ਵਿਧੀ ਨੂੰ IVF ਕਿਹਾ ਜਾਂਦਾ ਹੈ, ਜਿਸ ਵਿੱਚ ਇੱਕ ਮਰਦ ਦੇ ਸ਼ੁਕਰਾਣੂ ਅਤੇ ਇੱਕ ਔਰਤ ਦੇ ਆਂਡੇ ਨੂੰ ਮਿਲਾਇਆ ਜਾਂਦਾ ਹੈ। ਆਂਡਾ ਬਣ ਜਾਂਦਾ ਹੈ ਅਤੇ ਇਸ ਨੂੰ ਲੈਬ ਵਿੱਚ ਡਿਸਚਾਰਜ ਕੀਤਾ ਜਾਂਦਾ ਹੈ ਅਤੇ 9 ਮਹੀਨਿਆਂ ਬਾਅਦ ਇਸ ਤਰੀਕੇ ਨਾਲ ਬੱਚੇ ਦਾ ਜਨਮ ਹੁੰਦਾ ਹੈ। ਇਸ ਤੋਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਟੈਸਟ ਟਿਊਬ ਬੇਬੀ ਕਿਹਾ ਜਾਂਦਾ ਹੈ। ਦੂਜਾ ਤਰੀਕਾ ਸਰੋਗੇਸੀ ਹੈ, ਜਿਸ ਵਿੱਚ ਭਰੂਣ ਨੂੰ ਕਿਸੇ ਹੋਰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ ਅਤੇ ਉਹ ਔਰਤ ਗਰਭਵਤੀ ਹੋ ਜਾਂਦੀ ਹੈ ਅਤੇ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਉਸ ਦੇ ਸਰੋਗੇਟ ਮਦਰ ਕਿਹਾ ਜਾਂਦਾ ਹੈ। ਜਦੋਂ ਕਿ ਬੱਚੇ ਦੇ ਅਸਲ ਮਾਪੇ ਉਹੀ ਹੁੰਦੇ ਹਨ ਜਿਨ੍ਹਾਂ ਤੋਂ ਸ਼ੁਕਰਾਣੂ ਲੈ ਕੇ ਭਰੂਣ ਪੈਦਾ ਹੁੰਦਾ ਹੈ। ਬਨੀਤਾ ਦੇ ਬੱਚੇ ਦੀ DNA ਰਿਪੋਰਟ ਦੇਖਣ ਤੋਂ ਬਾਅਦ ਮੈਂ ਸਮਝਿਆ ਕਿ ਨਰਸ ਨੇ ਵੀ ਇਹੀ ਤਰੀਕਾ ਵਰਤਿਆ ਹੋਵੇਗਾ। ਭਾਰਤ ਦੇ ਕਈ ਸ਼ਹਿਰਾਂ ਵਿੱਚ IVF ਸੁਵਿਧਾਵਾਂ ਉਪਲਬਧ ਹਨ। ਮੈਨੂੰ ਬਹੁਤ ਹੈਰਾਨੀ ਹੋਈ, ਇਕੱਲੀ ਨਰਸ ਇਹ ਸਭ ਕਿਵੇਂ ਕਰ ਸਕਦੀ ਹੈ। ਦੂਜਾ ਮੇਰਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਸਵਾਲ ਇਹ ਸੀ ਕਿ ਉਹ ਔਰਤਾਂ ਨੂੰ ਗਰਭਵਤੀ ਕਿਵੇਂ ਕਰ ਰਹੀ ਸੀ। ਸੱਚ ਦੱਸਾਂ ਤਾਂ ਸ਼ੁਰੂ ਤੋਂ ਹੀ ਮੈਨੂੰ ਭੁਲੇਖਾ ਸੀ ਕਿ ਠੀਕ ਹੈ, ਉਹ ਉਹਨਾਂ ਦੇ ਬੱਚੇ ਨੂੰ ਜਨਮ ਦੇ ਰਹੀ ਹੈ, ਪਰ ਕਿਸੇ ਵੀ ਔਰਤ ਲਈ ਬੱਚੇਦਾਨੀ ਤੋਂ ਬਿਨਾਂ ਗਰਭਵਤੀ ਹੋਣਾ ਅਸੰਭਵ ਹੈ ਅਤੇ ਇਸ ਲਈ ਮੈਨੂੰ ਸ਼ੱਕ ਸੀ ਕਿ ਕੁਝ ਗਲਤ ਹੈ। ਮਾਮਲਾ ਇੰਨਾ ਸਧਾਰਨ ਨਹੀਂ ਜਿੰਨਾ ਮੈਨੂੰ ਲੱਗਦਾ ਸੀ। ਜੇ ਮੈਂ ਉਸ ਦਾ ਔਰਤ ਨੂੰ ਗਰਭਵਤੀ ਕਰਨ ਵਾਲਾ ਰਾਜ਼ ਪਤਾ ਕਰਨਾ ਹੁੰਦਾ ਤਾਂ ਮੈਂ ਪਹਿਲੇ ਦਿਨ ਹੀ ਉਸ ਨਰਸ ਦਾ ਪਰਦਾਫਾਸ਼ ਕਰ ਦਿੱਤਾ ਹੁੰਦਾ ਅਤੇ ਸਭ ਨੂੰ ਸੱਚ ਦੱਸ ਦਿੱਤਾ ਹੁੰਦਾ। ਇਸ ਲਈ ਮੈਂ ਸੀਮਾ ਦੇ ਨਾਲ ਜਾਣ ਬਾਰੇ ਸੋਚਿਆ, ਪਰ ਮੈਂ ਜਿੰਨਾ ਜ਼ਿਆਦਾ ਮੈਂ ਕੋਸ਼ਿਸ਼ ਕੀਤੀ ਓਨਾ ਹੀ ਮੈਨੂੰ ਇਸ ਮਾਮਲੇ ਦੀ ਜਾਣਕਾਰੀ ਹੁੰਦੀ ਗਈ। ਮੈਂ ਬਾਹਰ ਜਾਣਾ ਸੀ, ਪਰ ਜਦੋਂ ਸੀਮਾ ਨੇ ਵੀ ਬੱਚੇ ਨੂੰ ਜਨਮ ਦਿੱਤਾ ਤਾਂ ਮੈਨੂੰ ਜਲਦਬਾਜ਼ੀ ਕਰਨੀ ਪਈ ਅਤੇ ਇਸ ਲਈ ਮੈਂ ਖੁਦ ਉਸ ਕੋਲ ਗਈ। ਉਸ ਨੇ ਜੋ ਟੈਸਟ ਲਿਖ ਕੇ ਦਿੱਤਾ ਸੀ ਉਹ ਬਾਂਝਪਨ ਲਈ ਸੀ। ਇਸ ਲਈ ਉਸ ਨੂੰ ਇਹ ਜਾਣਨ ਵਿੱਚ ਮਦਦ ਮਿਲਦੀ ਸੀ ਕਿ ਉਸ ਕੋਲ ਆਉਣ ਵਾਲੀ ਔਰਤ ਸੱਚਮੁੱਚ ਬਾਂਝ ਸੀ ਜਾਂ ਨਹੀਂ। ਉਹ ਇਕੱਲੀ ਨਹੀਂ ਸਗੋਂ ਪੂਰਾ ਹਸਪਤਾਲ ਇਸ ਮਾਮਲੇ ਵਿੱਚ ਸ਼ਾਮਲ ਸੀ। ਹਾਲਾਂਕਿ ਇਹ ਇੱਕ ਜਨੇਪਾ ਹਸਪਤਾਲ ਸੀ, ਇਹ ਅਸਲ ਵਿੱਚ ਇੱਕ IVF ਕੇਂਦਰ ਵੀ ਸੀ। ਪੜ੍ਹੇ ਲਿਖੇ ਲੋਕ ਆਪਣੀ ਮਰਜ਼ੀ ਨਾਲ IVF ਕਰਵਾ ਲੈਂਦੇ ਹਨ, ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਦੂਜੇ ਪਾਸੇ ਕੁਝ ਧਰਮਾਂ ਵਿੱਚ ਸਰੋਗੇਸੀ ਨੂੰ ਨਜਾਇਜ਼ ਮੰਨਿਆ ਗਿਆ ਹੈ। ਇਸੇ ਕਰਕੇ ਕੁਝ ਲੋਕ ਇਹ ਕੰਮ ਕਰਵਾਉਣ ਤੋਂ ਝਿਜਕਦੇ ਹਨ। ਸਰੋਗੇਸੀ ਅਤੇ IVF ਦੋਵਾਂ ਦੀ ਬਹੁਤ ਕੀਮਤ ਹੈ, ਜਿਸ ਨੂੰ ਮੱਧ ਵਰਗ ਪਰਿਵਾਰ ਨਹੀਂ ਕਰ ਸਕਦੇ। ਪੈਸੇ ਕਮਾਉਣ ਲਈ ਹਸਪਤਾਲ ਦੇ ਸਟਾਫ ਨੇ ਨਰਸ ਨੂੰ ਪਿੰਡ ਭੇਜਿਆ ਤਾਂ ਜੋ ਉਹ ਬਾਂਝ ਔਰਤਾਂ ਦਾ ਸ਼ਿਕਾਰ ਕਰ ਸਕੇ ਅਤੇ ਉਹਨਾਂ ਰਾਹੀਂ ਕਾਫੀ ਕਮਾਈ ਕਰ ਸਕੇ। ਪਿੰਡ ਦੇ ਲੋਕਾਂ ਦੀਆਂ ਆਪਣੀਆਂ ਜ਼ਮੀਨਾਂ ਹੁੰਦੀਆਂ ਹਨ, ਇਸ ਲਈ ਉਹ ਬੱਚਾ ਲੈਣ ਲਈ 8-10 ਲੱਖ ਰੁਪਏ ਦਾ ਪ੍ਰਬੰਧ ਕਰਦੇ। ਆਪਣੀ ਜ਼ਮੀਨ ਵੇਚ ਕੇ ਉਹ ਪੈਸਿਆਂ ਦਾ ਪ੍ਰਬੰਧ ਕਰਦੇ ਸਨ। ਇਸ ਤਰ੍ਹਾਂ ਉਹ ਸਧਾਰਨ ਲੋਕ ਮੂਰਖ ਬਣ ਜਾਂਦੇ ਹਨ। ਜੇਕਰ ਪਿੰਡ ਦੇ ਲੋਕਾਂ ਨੂੰ ਬੱਚਾ ਪੈਦਾ ਕਰਨ ਦਾ ਤਰੀਕਾ ਦੱਸਿਆ ਹੁੰਦਾ ਤਾਂ ਉਹ ਕਦੇ ਵੀ ਇਸ ਤਰ੍ਹਾਂ ਬੱਚਾ ਪੈਦਾ ਨਾ ਕਰਦੇ। ਇਸ ਲਈ ਉਹ ਸਾਰੀਆਂ ਔਰਤਾਂ ਨੂੰ ਧੋਖਾ ਦੇ ਰਹੇ ਸਨ ਕਿ ਉਹ ਗਰਭਵਤੀ ਹਨ। ਉਹਨਾਂ ਔਰਤਾਂ ਨੂੰ ਕੁਝ ਖਾਸ ਦਵਾਈਆਂ ਦਿੱਤੀਆਂ ਗਈਆਂ, ਜਿਸ ਕਾਰਨ ਉਹਨਾਂ ਨੂੰ ਮੋਟਾਪਾ ਆਉਣ ਲੱਗਾ। ਇਸ ਤੋਂ ਇਲਾਵਾ ਕੁਝ ਅਜਿਹੀਆਂ ਦਵਾਈਆਂ ਵੀ ਹਨ ਜੋ ਉਸ ਨੂੰ ਮਹਿਸੂਸ ਕਰਵਾਉਂਦੀਆਂ ਹਨ ਕਿ ਉਹ ਸੱਚਮੁੱਚ ਗਰਭਵਤੀ ਹਨ। ਹਸਪਤਾਲ ਦੇ ਲੋਕ ਪਤੀ ਪਤਨੀ ਤੋਂ ਸ਼ੁਕਰਾਣੂ ਲੈਂਦੇ ਅਤੇ IVF ਜਾਂ ਸਰੋਗੇਸੀ ਰਾਹੀਂ ਬੱਚੇ ਪੈਦਾ ਕਰਦੇ। ਔਰਤ ਬੇਹੋਸ਼ ਹੁੰਦੀ ਸੀ
ਤਾਂ ਉਸ ਨੂੰ ਕੁਝ ਪਤਾ ਨਾ ਲੱਗਦਾ। ਉਹ ਨਰਸ ਬੱਚੇ ਨੂੰ ਆਪਣੇ ਕੋਲ ਲੈ ਕੇ ਆਉਂਦੀ ਅਤੇ ਉਸ ਨੂੰ ਕਹਿੰਦੀ ਕਿ ਜੇਕਰ ਉਹ ਦਵਾਈ ਲੈ ਲਵੇ ਤਾਂ ਉਸ ਦਾ ਪੇਟ ਹੌਲੀ-ਹੌਲੀ ਘਟ ਜਾਵੇਗਾ। ਇਸ ਤਰ੍ਹਾਂ ਉਹ ਗੈਰ ਕਾਨੂੰਨੀ ਢੰਗ ਨਾਲ ਕਾਨੂੰਨੀ ਕੰਮ ਕਰਦੇ ਅਤੇ ਲੋਕਾਂ ਨਾਲ ਧੋਖਾਧੜੀ ਕਰਦੇ ਫੜੇ ਗਏ ਅਤੇ ਉਹਨਾਂ ਦੀ ਭੇਤ ਬੇਨਕਾਬ ਹੋਇਆ। ਇਸ ਵਿੱਚ ਸ਼ਾਮਲ ਨਰਸਾਂ ਸਮੇਤ ਹਸਪਤਾਲ ਦੇ ਸਮੁੱਚੇ ਸਮੂਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ। ਇਹਨਾਂ ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਹ ਕੰਮ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਸੀ ਅਤੇ ਆਖਰਕਾਰ ਮੇਰੇ ਕਾਰਨ ਇਹ ਧੋਖਾਧੜੀ ਰੁਕ ਗਈ। ਮਨੁੱਖ ਨੂੰ ਲਾਲਚ ਵਿੱਚ ਇੰਨਾ ਫਸਣਾ ਨਹੀਂ ਚਾਹੀਦਾ ਕਿ ਉਹ ਕਾਨੂੰਨੀ ਅਤੇ ਗੈਰ ਕਾਨੂੰਨੀ ਦਾ ਫਰਕ ਭੁੱਲ ਜਾਵੇ। ਇਹਨਾਂ ਸਾਰਿਆਂ ਨੇ ਵੀ ਅਜਿਹਾ ਹੀ ਕੀਤਾ ਸੀ। ਜ਼ਿਆਦਾ ਕਮਾਈ ਦੇ ਲਾਲਚ ਕਾਰਨ ਆਖਰਕਾਰ ਹੁਣ ਇਹ ਸਾਰੇ ਹੀ ਸਲਾਖਾਂ ਪਿੱਛੇ ਹੋ ਗਏ ਅਤੇ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਗਈ। ਇਸੇ ਲਈ ਕਿਹਾ ਜਾਂਦਾ ਹੈ ਲਾਲਚ ਬੁਰੀ ਬਲਾ ਹੈ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਬੈਲ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ। ਧੰਨਵਾਦ।